ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਨ ਕਰਦੇ ਆ ਰਹੇ ਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਸਮੇਂ ਦੇ ਵਿੱਚ ਪ੍ਰਗਟ ਹੋਏ ਨੇ ਉਸ ਸਮੇਂ ਨੂੰ ਕਲਯੁਗ ਆਖਿਆ ਜਾਂਦਾ ਹੈ। ਸਮੇਂ ਦੀ 4 ਹਿੱਸਿਆਂ ਦੇ ਵਿੱਚ ਵੰਡ ਕੀਤੀ ਹੈ: ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। 4 ਸਮਿਆਂ ਦੀ ਵੰਡ ਦੇ ਦੌਰਾਨ ਇਹ ਸਮਝਣ ਨੂੰ ਸਾਨੂੰ ਮਿਲਦਾ ਹੈ ਕਿ ਸਤਯੁਗ ਦੇ ਵਿੱਚ ਜਿੱਥੇ ਸਤ ਵਰਤਦਾ ਹੈ, ਪਰ ਜਿਵੇਂ ਹੀ ਕੂੜ ਦੀ ਮਿਲਾਵਟ ਹੋਈ, ਝੂਠ ਦੀ ਮਿਲਾਵਟ ਹੋਈ, ਜੋ ਧਰਮ ਦੇ 4 ਪੈਰ ਨੇ ਉਹਨਾਂ ਵਿੱਚੋਂ ਇੱਕ ਪੈਰ ਕਮਜ਼ੋਰ ਹੋ ਗਿਆ। ਫਿਰ ਇਹ ਮਿਲਾਵਟ ਵੱਧਦੀ ਗਈ, ਧਰਮ ਜਿਹੜਾ ਸੀ ਇਹ ਹੋਰ ਕਮਜ਼ੋਰ ਹੋਇਆ। ਇਹ 4 ਪੈਰ ਵਾਲਾ ਧਰਮ 2 ਪੈਰਾਂ 'ਤੇ ਰਹਿ ਗਿਆ। ਫਿਰ ਇਸੇ ਤਰ੍ਹਾਂ ਕੂੜ ਦਾ ਬੋਲਬਾਲਾ ਹੋਇਆ, ਧਰਮ ਹੋਰ ਕਮਜ਼ੋਰ ਹੋਇਆ। ਉਸ ਵੇਲੇ ਫਿਰ ਇਹ ਧਰਮ ਇੱਕ ਪੈਰ 'ਤੇ ਜਦੋਂ ਆ ਗਿਆ, ਤੇ ਜਿਵੇਂ ਸਾਨੂੰ ਪਰਮੇਸ਼ਵਰ ਨੇ 2 ਪੈਰ ਦਿੱਤੇ ਨੇ, ਅਸੀਂ ਦੋਵੇਂ ਪੈਰਾਂ ਦੇ ਆਸਰੇ ਆਪਣੇ ਸਰੀਰ ਦਾ ਬੈਲੈਂਸ ਬਣਾ ਸਕਦੇ ਹਾਂ। ਜੇ ਇੱਕ ਪੈਰ 'ਤੇ ਸਾਨੂੰ ਖਲੋਣਾ ਹੋਵੇ ਤੇ ਅਸੀਂ ਬਹੁਤਾ ਚਿਰ ਖਲੋ ਨਹੀਂ ਸਕਾਂਗੇ, ਕਿਉਂਕਿ ਇੱਕ ਪੈਰ 'ਤੇ ਬੈਲੈਂਸ ਬਣਾਉਣਾ ਬੜਾ ਔਖਾ ਹੈ। ਜਦੋਂ ਇਹ ਧਰਮ ਕਹਿ ਲਓ ਕਿ 100 ਦੇ ਵਿੱਚੋਂ ਦੀ 75% ਕੂੜ ਦਾ ਬੋਲਬਾਲਾ ਹੋ ਗਿਆ, ਉਸ ਵੇਲੇ ਫਿਰ ਨਿਰੰਕਾਰ ਨੇ ਇਸ ਧਰਮ ਦੀ ਮਜ਼ਬੂਤੀ ਵਾਸਤੇ, ਤਾਂ ਕਿ ਸੱਚ ਜਿਹੜਾ ਇਸ ਧਰਤੀ 'ਤੇ ਰਹਿ ਜਾਏ, ਜਿੱਥੇ ਕੂੜ ਫਿਰੇ ਪ੍ਰਧਾਨ ਵੇ ਲਾਲੋ ਵਾਲੀ ਖੇਡ ਬਣ ਗਈ, ਰਾਜੇ ਪਾਪ ਕਮਾਉਣ ਦੇ ਉਲਟੀ ਵਾੜ, ਖੇਤ ਕੋ ਖਾਈ ਵਾਲੀ ਖੇਡ ਬਣ ਗਈ, ਜਿੱਥੇ ਕੱਲ ਕਾਤੀ ਰਾਜੇ ਕਾ ਸਾਈ ਧਰਮ, ਪੰਖ ਕਰ ਉੱਡ ਰਿਹਾ ਕੂੜ ਅਮਾਵਸ, ਸੱਚ ਚੰਦਰਮਾ ਦਿਸੈ ਨਹੀਂ ਕਹਿ ਚੜਿਆ। ਜਦੋਂ ਇਹ ਹਾਲਾਤ ਪੈਦਾ ਹੋ ਗਏ, ਉਸ ਵੇਲੇ ਫਿਰ ਨਿਰੰਕਾਰ ਨਾਨਕ ਜੀ ਦੇ ਰੂਪ ਵਿੱਚ ਪ੍ਰਗਟ ਹੁੰਦੇ ਆ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ, ਕੱਲ ਤਾਰਨ ਗੁਰ ਨਾਨਕ ਆਇਆ। ਕਲਯੁਗ ਦਾ ਮਤਲਬ ਹੈ ਜਿੱਥੇ ਪਾਪ ਹੈ, ਬੁਰਾਈਆਂ ਨੇ, ਜਿੱਥੇ ਇੱਕ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਬਹੁਤ ਇੱਕ ਵੱਡੀ ਫੌਜ ਹੈ। ਇਹ 5 ਕਮਾਂਡਰ ਨੇ, ਇਹਨਾਂ ਦੀ ਕਮਾਂਡ ਦੇ ਹੇਠ ਪਤਾ ਹੀ ਨਹੀਂ ਕਿੰਨੀ ਫੌਜ ਹੈ ਬੁਰਾਈਆਂ ਦੀ। ਅੱਜ ਜੋ ਸਮਾਜ ਵਿੱਚ ਆਪਾਂ ਬੁਰਾਈਆਂ ਵੇਖਦੇ ਹਾਂ, ਜਦੋਂ ਇਨਸਾਨੀਅਤ ਤਲ ਉੱਤੇ ਅਸੀਂ ਬੁਰਾਈਆਂ ਵੇਖਦੇ ਹਾਂ, ਤੇ ਫਿਰ ਬੰਦਾ ਕਹਿੰਦਾ ਘੋਰ ਕਲਯੁਗ ਹੈ। ਤੇ ਘੋਰ ਕਲਯੁਗ ਵਰਤ ਕਿੱਥੇ ਰਿਹਾ ਹੈ? ਜਿੱਥੇ ਪਰਮੇਸ਼ਵਰ ਵਿਸਰ ਗਿਆ, ਜਿੱਥੇ ਨਿਰੰਕਾਰ ਵਿਸਰ ਗਿਆ। ਐਸਾ ਹੀ ਕਲਯੁਗ ਦਾ ਇੱਕ ਰੂਪ ਕਈ ਪ੍ਰਾਣੀਆਂ ਦੇ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਆਇਆ, ਜਾਂ ਇੱਦਾਂ ਕਹਿ ਲਈਏ ਕਿ ਕਲਯੁਗ ਹੀ ਗੁਰੂ ਨਾਨਕ ਸਾਹਿਬ ਜੀ ਅੱਗੇ ਖਲੋ ਗਿਆ। ਜੇ ਇਸ ਕਲਯੁਗ ਦੇ ਵਿੱਚ, ਬੁਰੇ ਸਮੇਂ ਦੇ ਵਿੱਚ, ਜੇ ਇਸ ਮਾੜੇ ਸਮੇਂ ਦੇ ਵਿੱਚ ਵੀ ਜੇ ਸਾਨੂੰ ਮਹਾਰਾਜ ਨੇ ਚੰਗਾ ਸਮਾਂ ਬਖਸ਼ਿਆ, ਤੇ ਉਹ ਹੈ ਕਲਯੁਗ ਮੈਂ ਕੀਰਤਨ ਪ੍ਰਦਾਨਾ, ਗੁਰਮੁਖ ਜਪੀਐ ਲਾਏ ਧਿਆਨ ਨਾਲ। ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਦੀ ਉਸਤਤ ਧਿਆਨ ਲਾ ਕੇ ਕਰੋ, ਇਹ ਕਲਯੁਗ ਵੀ ਤੁਹਾਡੇ ਲਈ ਸਤਯੁਗ ਬਣ ਜਾਏਗਾ। ਜਦੋਂ ਤੁਸੀਂ ਬੁਰਾਈਆਂ ਦੀ ਸੰਗਤ ਛੱਡ ਕੇ ਚੰਗਿਆਂ ਦੀ ਸੰਗਤ ਕਰੋਗੇ, ਇਹ ਤੁਹਾਡੇ ਲਈ ਕਲਯੁਗ ਸਤਯੁਗ ਬਣ ਜਾਏਗਾ। ਪਰ ਕਈਆਂ ਦੀ ਹਾਲਤ ਦੁਆਪਰ ਵਾਲੀ ਵੀ ਹੁੰਦੀ ਹੈ। ਬੰਦਾ ਬਾਹਰੋਂ ਵੇਖਣ ਨੂੰ ਧਰਮੀ ਲੱਗ ਰਿਹਾ, ਧਰਮ ਦਾ ਲਿਬਾਸ ਹੈ, ਧਰਮ ਦੇ ਬੋਲ ਨੇ, ਪਰ ਬਾਹਰੋਂ ਧਰਮੀ ਹੈ, ਅੰਦਰ ਧਰਮ ਦਾ ਇੱਕ ਵੀ ਚਿੰਨ੍ਹ, ਇੱਕ ਵੀ ਗੁਣ ਨਜ਼ਰ ਨਹੀਂ ਆਉਂਦਾ। ਜਿਹੜਾ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਹੈ, ਜਿਨ ਮਨ ਹੋਰ ਮੁਖ ਹੋਰ, ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ, ਮੁਖ 'ਚ ਕੁਝ ਹੋਰ, ਮਹਾਰਾਜ ਕਹਿੰਦੇ ਇਹ ਦੁਆਪਰ ਵਾਲੇ ਨੇ। ਦੁਆਪਰ ਦਾ ਅਰਥ ਕਿ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਨੇ। ਜਿਹਨੂੰ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ, ਜਿਉ ਮੈਲੇ ਬਾਹਰੋਂ ਨਿਰਮਲ, ਵੀ ਅੰਦਰੋਂ ਮੈਲੇ ਨੇ, ਬਾਹਰੋਂ ਨਿਰਮਲ ਨੇ। ਇਹ ਦੁਆਪਰ ਦੀ ਅਵਸਥਾ ਕੀ ਹੁੰਦੀ ਹੈ? ਸਭ ਕਹਿੰਦੇ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ। ਜਿੰਨਾ ਬਾਹਰੋਂ ਚਿੱਟਾ ਹੈ ਉਨਾ ਹੀ ਅੰਦਰੋਂ ਕਾਲਾ ਹੈ, ਜਿੰਨਾ ਹੀ ਬਾਹਰੋਂ ਧਰਮੀ ਹੈ ਉਨਾ ਹੀ ਅੰਦਰ ਸ਼ੈਤਾਨੀਅਤ ਦੇ ਨਾਲ ਭਰਿਆ। ਇਹ ਦੁਆਪਰ ਵਾਲਾ ਗੁਣ ਹੈ ਇਹਦੇ ਵਿੱਚ। ਤੇ ਜਿਹੜਾ ਅੰਦਰੋਂ ਵੀ ਤੇ ਬਾਹਰੋਂ ਵੀ ਭ੍ਰਿਸ਼ਟ ਹੋ ਗਿਆ, ਉਹ ਘੋਰ ਕਲਯੁਗ ਦੇ ਜਾਲ ਵਿੱਚ ਫਸ ਗਿਆ। ਬਾਹਰੋਂ ਵੀ ਵਿਕਾਰੀ ਹੈ, ਅੰਦਰੋਂ ਵੀ ਵਿਕਾਰੀ ਹੈ। ਗੁਰੂ ਸਾਹਿਬ ਜੀ ਦੇ ਸਨਮੁਖ ਕਲਯੁਗ ਹੀ ਕਹਿ ਲਓ ਕਿ ਕੁਝ ਪ੍ਰਾਣੀਆਂ ਦੇ ਰੂਪ ਵਿੱਚ ਆ ਕੇ ਖਲੋ ਗਿਆ। ਤੇ ਜਦੋਂ ਗੁਰੂ ਸਾਹਿਬ ਜੀ ਦਾ ਦੀਦਾਰ ਕੀਤਾ, ਇਹ ਪ੍ਰਭਾਵਿਤ ਹੋਇਆ। ਬੜੀ ਬਰੀਕੀ ਦੇ ਨਾਲ ਸਮਝਣ ਦਾ ਯਤਨ ਕਰਨਾ। ਕਈ ਵਾਰ ਨਾ ਜਿਹਦੇ ਦਿਮਾਗ ਦੇ ਵਿੱਚ, ਹੁਣ ਗੰਦਗੀ ਕਿੱਥੇ ਹੈ ਦਿਮਾਗ ਦੇ ਵਿੱਚ? ਸਾਡਾ ਦਿਮਾਗ ਬੁਰਾਈਆਂ ਨਾਲ, ਗੰਦਗੀ ਨਾਲ ਭਰਿਆ ਹੈ, ਜਿਹਦੇ ਵਿੱਚ ਹਮੇਸ਼ਾ ਗਲਤ ਫੁਰਨੇ ਪੈਦਾ ਹੁੰਦੇ ਆ, ਮਾੜੀਆਂ ਵਿਚਾਰਾਂ ਜਿਹਦੇ ਅੰਦਰ ਪੈਦਾ ਹੁੰਦੀਆਂ ਨੇ। ਕਈ ਵਾਰ ਕੋਈ ਮਾੜੀ ਸੋਚ ਵਾਲਾ ਜਦੋਂ ਗੁਰੂ ਸਾਹਿਬ ਜੀ ਦੇ ਦਰ 'ਤੇ ਆਵੇ, ਤੇ ਜੇ ਆ ਕੇ ਉਹ ਕਿਤੇ 1-2 ਪਲ ਬੈਠ ਕੇ ਗੁਰਬਾਣੀ, ਕਿਉਂਕਿ ਗੁਰੂ ਦਾ ਦਰਸ਼ਨ ਤੇ ਗੁਰਬਾਣੀ 'ਚ ਹੋਣਾ ਹੈ। ਜੋ ਕੀਰਤਨ ਹੁਣ ਤੁਸੀਂ ਸਰਵਣ ਕਰ ਰਹੇ ਸੀ, ਇਹ ਗੁਰੂ ਦਾ ਦਰਸ਼ਨ ਹੀ ਸੀ। ਜਿਹੜੇ ਪਿਆਰ ਨਾਲ ਸਰੋਤੇ ਬਣ ਕੇ ਸੁਣ ਰਹੇ, ਉਹਨਾਂ ਨੇ ਗੁਰਬਾਣੀ ਦੀਆਂ ਉਸ ਪੰਕਤੀਆਂ ਵਿੱਚੋਂ ਦੀ ਗੁਰੂ ਦਾ ਦਰਸ਼ਨ ਕੀਤਾ ਹੈ। ਤੇ ਜਦੋਂ ਉਹਨਾਂ ਨੇ ਇੱਕ ਗੁਰਬਾਣੀ ਦੀਆਂ ਪੰਕਤੀਆਂ ਸੁਣੀਆਂ, ਉਹਨਾਂ ਦੇ ਮਨ ਉੱਤੇ ਐਸਾ ਪ੍ਰਭਾਵ ਪੈ ਗਿਆ ਕਿ ਮਾੜੇ ਫੁਰਨੇ ਅੰਦਰੋਂ ਉੱਠਣੇ ਬੰਦ ਹੋ ਗਏ, ਮਾੜੇ ਖਿਆਲ ਜਿਹੜੇ ਸੀ ਉਹ ਖਤਮ ਹੋ ਗਏ, ਮਾੜੀ ਸੋਚ ਖਤਮ ਹੋ ਗਈ। ਇਹਦਾ ਮਤਲਬ ਕਲਯੁਗ ਦਾ ਪ੍ਰਭਾਵ ਘਟ ਗਿਆ, ਗੁਰਬਾਣੀ ਦਾ ਅਸਰ ਹੋ ਗਿਆ। ਇਸੇ ਤਰ੍ਹਾਂ ਇਹ ਜਿਹੜਾ ਕਲਯੁਗ ਦਾ ਰੂਪ ਆਇਆ, ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕੀਤਾ, ਤੇ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਐਸਾ ਸੀ ਕਿ ਇਹਦੇ ਉੱਤੇ ਪ੍ਰਭਾਵ ਪੈ ਗਿਆ। ਜਦੋਂ ਇਹਦੇ ਉੱਤੇ ਪ੍ਰਭਾਵ ਪਿਆ, ਇਹਨੇ ਆਖਿਆ ਵੀ ਮੈਂ ਕੁਝ ਆਪ ਜੀ ਨੂੰ ਭੇਟ ਕਰਨਾ ਚਾਹੁੰਦਾ, ਤੇ ਤੁਸੀਂ ਮੇਰੀ ਭੇਟ ਜਿਹੜੀ ਆ ਉਹ ਸਵੀਕਾਰ ਕਰੋ। ਇੱਥੇ ਵੀ ਬੇਨਤੀ ਕਰਕੇ ਚੱਲਾਂ, ਜਿਹੜਾ ਮਾਇਆਧਾਰੀ ਹੋਏਗਾ ਉਹ ਕਹੇਗਾ ਮੇਰੇ ਕੋਲੋਂ ਨਿਤਨੇਮ ਨਹੀਂ ਹੋਣਾ, ਮੇਰੇ ਕੋਲੋਂ ਸਤ ਸੰਗਤ ਨਹੀਂ ਹੋਣੀ, ਮੇਰੇ ਕੋਲੋਂ ਸੇਵਾ ਨਹੀਂ ਹੋਣੀ, ਮੇਰੇ ਕੋਲੋਂ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਜਾਣਾ। ਹਾਂ, ਤੁਸੀਂ ਜਿੰਨੀ ਭੇਟਾ ਕਹੋ ਮੈਂ ਲਿਆ ਕੇ ਅੱਗੇ ਰੱਖ ਦਿੰਦਾ। ਇਹ ਸੰਸਾਰੀ ਹੈ, ਜਿਹੜਾ ਕਹਿੰਦਾ ਵੀ ਮਾਇਆਵੀ ਤਲ ਤੇ ਦੱਸੋ ਕੀ ਕਰਨਾ ਹੈ, ਮੈਂ ਲਿਆ ਕੇ ਭੇਟਾ ਅੱਗੇ ਰੱਖ ਦਿੰਦਾ। ਪਰ ਜੇ ਤੁਸੀਂ ਕਹੋ ਵੀ ਸੰਗਤ 'ਚ ਬੈਠ ਕੇ ਤੂੰ 2 ਜਿਹੜੇ ਨੇ ਸ਼ਬਦ ਗੁਰਬਾਣੀ ਦੇ ਸੁਣ ਲੈ, ਉਹ ਨਹੀਂ ਸੁਣੇ ਜਾਣੇ। ਤੁਸੀਂ ਮਾਇਆਵੀ ਪਦਾਰਥਾਂ ਕਰਕੇ ਭੇਟ ਜਿਹੜੀ ਕਹੋਗੇ ਮੈਂ ਦੇਣ ਨੂੰ ਤਿਆਰ ਹਾਂ, ਪਰ ਅੰਮ੍ਰਿਤ ਵੇਲਾ ਨਹੀਂ ਮੇਰੇ ਕੋਲੋਂ ਸੰਭਲਣਾ, ਨਿਤਨੇਮ ਨਹੀਂ ਹੋਣਾ। ਇੱਕ ਉਹ ਨੇ ਜਿਹੜੇ ਅੰਮ੍ਰਿਤ ਵੇਲਾ ਸੰਭਾਲ ਕੇ ਨਿਤਨੇਮ ਕਰਕੇ ਕਹਿੰਦੇ ਮਹਾਰਾਜ ਆਹ ਲਓ ਭੇਟਾ ਤੁਹਾਡੇ ਅੱਗੇ ਰੱਖ ਲਈ, ਤੇ ਸਾਡਾ ਨਿਤਨੇਮ ਪ੍ਰਵਾਨ ਕਰ ਲਓ। ਜਪਜੀ ਸਾਹਿਬ ਜੀ ਦੀ ਉਹ ਪੌੜੀ ਦੀ ਵਿਚਾਰ ਆਪਾਂ ਬੜੀ ਵਾਰ ਵਿਚਾਰੀ ਹੈ ਕਿ ਸਤਿਗੁਰੂ ਜੀ ਕੀ ਰੱਖੀਏ ਤੁਹਾਡੇ ਅੱਗੇ, ਜਿਹੜਾ ਤੁਹਾਡੇ ਦਰ 'ਤੇ ਪ੍ਰਵਾਨ ਹੋ ਜਾਏ,
ਕਿਉਂਕਿ ਅਸੀਂ ਸੰਸਾਰੀ ਬਣ ਕੇ ਮਾਇਆਧਾਰੀ ਬਣ ਕੇ ਤੇ ਬੜਾ ਕੁਝ ਅੱਗੇ ਭੇਟ ਰੱਖ ਦਿੱਤੀ ਹੈ, ਪਰ ਤੁਹਾਨੂੰ ਕਿਹੜੀ ਭੇਟਾ ਪ੍ਰਵਾਨ ਹੈ, ਅਸੀਂ ਉਹ ਭੇਟ ਰੱਖੀਏ। ਫੇਰ ਕਹਿ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ। ਤੇ ਮਹਾਰਾਜ ਨੇ ਆਖਿਆ ਸੀ ਅੰਮ੍ਰਿਤ ਵੇਲਾ, ਇਹ ਪਹਿਲੇ ਸਵਾਲ ਦਾ ਜਵਾਬ, ਅੰਮ੍ਰਿਤ ਵੇਲਾ, ਤੂੰ ਅੰਮ੍ਰਿਤ ਵੇਲਾ ਅੱਗੇ ਰੱਖ। ਉਹ ਵੇਲਾ, ਅੰਮ੍ਰਿਤ ਵੇਲੇ ਦੇ ਵੀ ਅਰਥ ਵਿਦਵਾਨਾਂ ਨੇ ਬਹੁਤ ਕੀਤੇ ਆ। ਇੱਕ ਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਸਮਾਂ, ਰਾਤ ਦਾ ਚੌਥਾ ਪਹਿਰ, ਅੰਮ੍ਰਿਤ ਵੇਲਾ। ਔਰ ਇੱਕ ਉਹ ਵੇਲਾ, ਵੇਲਾ ਕਹਿੰਦੇ ਸਮਾਂ, ਉਹ ਸਮਾਂ ਜਿਹਦੇ ਵਿੱਚ ਅੰਮ੍ਰਿਤ ਵਰਸਦਾ ਹੈ। ਇੱਕ ਉਹ ਸਮਾਂ, ਆ ਸਮਾਂ ਹੀ ਸੀ ਨਾ, ਗੁਰਬਾਣੀ ਦਾ ਕੀਰਤਨ ਹੋ ਰਿਹਾ ਤੇ ਅੰਮ੍ਰਿਤ ਹੀ ਵਰਸ ਰਿਹਾ ਸੀ। ਆਹ ਵੇਲਾ ਵੀ ਤੁਹਾਡੇ ਵਾਸਤੇ ਅੰਮ੍ਰਿਤ ਦਾ ਬਣ ਗਿਆ, ਕਿਉਂਕਿ ਇੱਥੇ ਛਿਮ ਛਿਮ ਵਰਸੈ ਅੰਮ੍ਰਿਤ ਧਾਰਾ। ਇਹ ਅੰਮ੍ਰਿਤ ਦੀ ਧਾਰ ਵਰਸ ਰਹੀ ਸੀ। ਇਹ ਵੇਲਾ ਜਿਹਨੇ ਸਾਨੂੰ ਅੰਮ੍ਰਿਤ ਨਾਲ ਜੋੜਿਆ, ਇਹ ਵੀ ਅੰਮ੍ਰਿਤ ਵੇਲਾ ਹੈ। ਪਰ ਉਹ ਅੰਮ੍ਰਿਤ ਵੇਲਾ ਜਿਹੜਾ ਰਾਤ ਦਾ ਚੌਥਾ ਪਹਿਰ ਤੇ ਅਸੀਂ, ਜਿਹਨੂੰ ਅਸੀਂ ਅੰਮ੍ਰਿਤ ਵੇਲਾ, ਪ੍ਰਭਾਤ ਵੇਲਾ ਵੀ ਗੁਰਬਾਣੀ ਵਿੱਚ ਆਖਿਆ। ਸਭ ਕਹਿੰਦੇ ਅੰਮ੍ਰਿਤ ਵੇਲਾ ਆਹ ਭੇਟ ਅੱਗੇ ਰੱਖ। ਤੇ ਮਹਾਰਾਜ ਜੀ ਮਾਇਆਵੀ ਤਲ ਤੇ ਭੇਟਾਵਾਂ ਤਾਂ ਰੱਖਣੀਆਂ ਸੌਖੀਆਂ ਨੇ, ਪਰ ਅੰਮ੍ਰਿਤ ਵੇਲਾ ਅੱਗੇ ਕੌਣ ਰੱਖੇ? ਉਹ ਵੇਲਾ ਜਿਹਦੇ ਵਿੱਚ ਅੰਮ੍ਰਿਤ ਵਰਸ ਰਿਹਾ, ਉਹ ਵੇਲਾ ਜਿਹੜਾ ਰਾਤ ਦਾ ਚੌਥਾ ਪਹਿਰ ਹੈ, ਕਿਉਂਕਿ ਅੱਧੀ ਰਾਤ ਤਾਂ ਸਾਡੀ ਵੈਸੇ ਹੀ ਲੰਘ ਜਾਂਦੀ ਹੈ। ਤੇ ਜਦੋਂ ਉੱਠਣ ਦਾ ਸਮਾਂ ਆਉਂਦਾ ਹੈ, ਜਿਹੜਾ ਅਸਲ ਭੇਟ ਕਰਨ ਦਾ ਸਮਾਂ ਆਉਂਦਾ ਹੈ, ਉਹ ਭੇਟ ਸਾਡੇ ਕੋਲੋਂ ਅੱਗੇ ਰੱਖੀ ਨਹੀਂ ਹੁੰਦੀ। ਪਰ ਵਿਰਲੇ ਨੇ ਉਹ, ਭਾਗਾਂ ਵਾਲੇ ਨੇ ਉਹ, ਜਿਹੜੇ ਭਿੰਨੀ ਰਹਿਣੜੀਏ ਚਮਕਣ ਤਾਰੇ ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਉਹ ਚਮਕਣ ਤਾਰੇ ਵਿੱਚ ਜਾਗਦੇ ਆ, ਉਹ ਭਾਗਾਂ ਵਾਲੇ ਆ ਜਿਨ੍ਹਾਂ ਉੱਤੇ ਮਾਲਕ ਦੀ ਇੰਨੀ ਕਿਰਪਾ ਹੈ ਕਿ ਉਹ ਚਮਕਣ ਤਾਰੇ, ਜਦੋਂ ਤਾਰੇ ਚਮਕਦੇ ਆ, ਉਹਦੇ ਤਾਰਿਆਂ ਦੀ ਚਮਕ ਵਿੱਚ ਜਾਗਦੇ ਨੇ। ਖੈਰ ਇਹਨੇ ਆਖਿਆ ਮਹਾਰਾਜ ਜੀ ਦੱਸੋ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ। ਮੈਂ ਇੱਕ ਮੋਤੀਆਂ ਦਾ ਘਰ ਬਣਾ ਦਿਆਂ ਜਿਹਦੇ ਵਿੱਚ ਰਤਨ ਵੀ ਜੜੇ ਹੋਣ, ਔਰ ਸੋਹਣੀ ਜਿਹੜੀ ਆ ਉਹਦੇ ਵਿੱਚ ਮਹਾਰਾਜ ਜੀ ਖੁਸ਼ਬੂ ਇਤ ਆਦਿਕ ਵੀ ਜਿਹੜੀ ਹੋਵੇ। ਤੇ ਮਹਾਰਾਜ ਨੇ ਆਖਿਆ ਸੀ ਨਹੀਂ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨ ਆਵੇ ਨਾਉ। ਮਤ ਦਾ ਇੱਥੇ ਅਰਥ ਹੈ ਮਤਾਂ। ਆਹ ਦੇਖ, ਇਹ ਮਾਇਆ ਵੀ ਰੰਗ ਹੀ ਨੇ। ਇਹ ਮਾਇਆਵੀ ਰੰਗ ਵੇਖ ਕੇ ਕਿਤੇ ਮੈਨੂੰ ਨਿਰੰਕਾਰ ਨਾ ਭੁੱਲ ਜਾਏ, ਕਿਉਂਕਿ ਜੇ ਨਿਰੰਕਾਰ ਭੁੱਲ ਗਿਆ ਤੇ ਮੇਰੇ ਪੱਲੇ ਕੀ ਰਹਿਣਾ? ਜੇ ਨਿਰੰਕਾਰ ਹੀ ਵਿਸਰ ਗਿਆ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਇਹ ਸਾਰੇ ਮਾਨਸਿਕ ਰੋਗ। ਜੇ ਸਰੀਰਕ ਰੋਗ ਹੋਣ ਤਾਂ ਵੀ ਸਾਨੂੰ ਅੰਮ੍ਰਿਤ ਵੇਲਾ ਸੰਭਾਲਣ ਦੀ ਲੋੜ ਨਹੀਂ। ਧਿਆਨ ਦੇ ਕੇ ਸੁਣਿਓ, ਜੇ ਸਰੀਰਕ ਰੋਗ ਹੋਣ ਤਾਂ ਵੀ ਅਸੀਂ ਕਹੀਏ ਵੀ ਨਿਤਨੇਮ ਦੀ ਮੈਨੂੰ ਲੋੜ ਨਹੀਂ, ਸੰਗਤ ਦੀ ਲੋੜ ਨਹੀਂ, ਮੈਂ ਤੇ ਫਲਾਣੇ ਡਾਕਟਰ ਕੋਲ ਜਾ ਕੇ ਦਵਾਈ ਲਵਾਂ, ਫਲਾਣੇ ਹਸਪੀਟਲ ਜਾ ਕੇ ਇਲਾਜ ਕਰਾ ਲਵਾਂ। ਪਰ ਜਿਹੜੇ ਪਰਮੇਸ਼ਰ ਨੂੰ ਭੁੱਲ ਕੇ ਰੋਗ ਲੱਗਣੇ ਆ, ਉਹ ਮਾਨਸਿਕ ਰੋਗ ਨੇ, ਉਹ ਮਾਨਸਿਕ ਬਿਮਾਰੀਆਂ ਨੇ। ਤੇ ਮਾਨਸਿਕ ਬਿਮਾਰੀਆਂ ਦਾ ਇਲਾਜ ਇੱਕੋ ਹੀ ਵੈਦ ਨਹੀਂ ਕਰਨਾ ਹੈ, ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ। ਮਾਨਸਿਕ ਬਿਮਾਰੀਆਂ ਦੇ ਵਿੱਚੋਂ ਸਭ ਤੋਂ ਭਿਆਨਕ ਬਿਮਾਰੀ ਹੈ ਹਉਮੈ ਦੀ। ਹਉਮੈ ਦੀਰਘ ਰੋਗ ਹੈ। ਇਹ ਸਭ ਕਹਿੰਦੇ ਮਤ ਦੇਖ ਭੂਲਾ ਵਿਸਰੈ। ਮੈਨੂੰ ਆਹ ਸੰਸਾਰੀ ਅਡੰਬਰ ਵੇਖ ਕੇ, ਸੋਹਣਾ ਘਰ ਵੇਖ ਕੇ ਕਿਤੇ ਉਹ ਪਰਮੇਸ਼ਵਰ ਭੁੱਲ ਹੀ ਨਾ ਜਾਵੇ। ਤੇ ਜੇ ਉਹ ਭੁੱਲ ਗਿਆ ਤੇ ਫਿਰ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਹਰ ਵਿਸਰਤ ਸਦਾ ਖੁਆਰੀ, ਫਿਰ ਜੀਵਨ ਵਿੱਚ ਖੁਆਰੀ ਆ ਜਾਏਗੀ। ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ। ਕਹਿੰਦੇ ਜਿਵੇਂ ਇੱਕ ਰੋਗ ਪੱਕੇ ਰੋਗ ਵਾਲਾ ਤੜਪਦਾ ਨਾ, ਜਿਹਦੇ ਅੰਦਰੋਂ ਨਾਮ ਵਿਸਰ ਜਾਏ, ਉਹਦੀ ਹਾਲਤ ਵੀ ਇਸ ਤਰ੍ਹਾਂ ਦੀ ਹੁੰਦੀ ਹੈ। ਹੁਣ ਅੱਗੇ ਜਦੋਂ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਦਾ ਪਹਿਲਾ ਜਿਹੜਾ ਇਹ ਪਦਾ ਉਚਾਰਨ ਕਰਕੇ ਸਮਝਾਉਣ ਦਾ ਯਤਨ ਕੀਤਾ, ਅੱਗੋਂ ਫਿਰ ਕਲਯੁਗ ਜਿਹੜਾ ਹੈ ਉਹ ਕਿਸ ਤਰ੍ਹਾਂ ਦੇ ਬਚਨ ਗੁਰੂ ਸਾਹਿਬ ਨਾਲ ਕਰਦਾ ਹੈ। ਪੁਨ ਕਲਯੁਗ ਬੋਲਤ ਪਇਓ ਜੇ ਤੁਮ ਲਹਿ ਨਾ ਏ। ਪੁੰਨ ਦਾ ਅਰਥ ਹੁੰਦਾ ਫੇਰ। ਕਲਯੁਗ ਜਿਹੜਾ ਸੀ ਉਹ ਬੋਲਿਆ ਵੀ ਜੇ ਤੁਸੀਂ ਆਹ ਭੇਟਾਵਾਂ ਮੇਰੇ ਤੋਂ ਨਹੀਂ ਲੈਣੀਆਂ ਹਨ। ਸੁੰਦਰ ਜਹ ਪ੍ਰਿੰਗ ਲਾਲ ਜੜਤੀ ਜਿਨ ਚਾਰਾ। ਮਹਾਰਾਜ ਜੀ ਸੋਹਣਾ ਇੱਕ ਪਲੰਗ ਬਣਾ ਦਿਆਂ ਜਿਹਦੇ ਉੱਤੇ ਜਿਹੜਾ ਉਹ ਕੀਮਤੀ ਜਿਹੜੇ ਨੇ ਹੀਰੇ ਮੋਤੀ ਜੜੇ ਹੋਵਣ। ਸੋਹਣਾ ਇੱਕ ਪਲੰਗ ਆਪ ਜੀ ਦੇ ਆਰਾਮ ਵਾਸਤੇ ਤਿਆਰ ਕਰਵਾ ਦੇਵਾਂ। ਕੇਤਿਕ ਕਾਲ ਤਿਨ ਮੋਇ ਰਿਹੋ ਲਹਿ ਭੇਟ ਗੁਣ ਖਾਨ। ਆਹ ਮੇਰੀ ਭੇਟ ਹੈ ਗੁਣਾਂ ਦੇ ਖਜ਼ਾਨੇ, ਗੁਣਾਂ ਦੇ ਮਾਲਕ, ਨਿਰੰਕਾਰ ਦਾ ਰੂਪ ਧੰਨ ਗੁਰੂ ਨਾਨਕ ਸਾਹਿਬ ਜੀ। ਆਹ ਭੇਟ ਤੁਸੀਂ ਸਵੀਕਾਰ ਕਰੋ। ਸੋਹਣਾ ਪਲੰਗ ਹੋਵੇ, ਉੱਤੇ ਲਾਲ ਜਿਹੜੇ ਨੇ ਉਹ ਸੋਹਣੇ ਸੋਹਣੇ ਜੜੇ ਹੋਵਣ। ਤੇ ਸਤਿਗੁਰੂ ਮਹਾਰਾਜ ਜੀ ਸੋਹਣੀਆਂ ਇਸਤਰੀਆਂ ਕੋਲ ਸੇਵਾ ਕਰਨ ਵਾਸਤੇ ਹੋਵਣ। ਜੇ ਆਪ ਚਾਹੋ, ਕਿਉਂਕਿ ਇਹ ਸਾਰੀਆਂ ਖੇਡਾਂ ਮਾਇਆਵੀ ਤਲ ਤੇ ਨੇ। ਇਹ ਜਿੰਨੇ ਸੁੱਖ ਆਰਾਮ ਅਸੀਂ ਮਾਇਆਵੀ ਤਲ ਤੇ ਪ੍ਰਾਪਤ ਕਰ ਰਹੇ ਹਾਂ ਨਾ, ਇੱਕ ਦਿਨ ਇਹ ਵੀ ਆਪ ਜੀ ਨਾਲ ਸਾਂਝ ਪਾਈ ਸੀ, ਧਿਆਨ ਰੱਖਿਓ, ਦੁੱਖ ਤਾਂ ਦਾਰੂ ਬਣ ਜਾਏਗਾ ਪਰ ਸੁੱਖ ਕਿਤੇ ਰੋਗ ਨਾ ਬਣ ਜਾਏ। ਦੁੱਖ ਦਾਰੂ, ਸੁੱਖ ਰੋਗ ਪਿਆ। ਦੁੱਖ ਵਿੱਚ ਤਾਂ ਉਹ ਚੇਤੇ ਆ ਗਿਆ, ਦੁੱਖ ਵਿੱਚ ਤਾਂ ਅੱਧੀ ਰਾਤ ਨੂੰ ਵੀ ਅੱਖ ਖੁੱਲ ਗਈ, ਦੁੱਖ ਵਿੱਚ ਤਾਂ ਸਵੇਰੇ ਦਿਨ ਚੜ੍ਹਦਿਆਂ ਤੱਕ ਪਤਾ ਨਹੀਂ ਕਿੰਨੀ ਵਾਰ ਪਾਠ ਕਰ ਲਿਆ। ਦੁੱਖ ਨੇ ਤਾਂ ਅੱਧੀ ਰਾਤ ਲਿਆ ਕੇ ਗੁਰੂ ਦੇ ਦਰ ਤੇ ਉਹ ਖੜਾ ਦਿੱਤਾ। ਦੁੱਖ ਨੇ ਆਖਿਆ ਵੀ ਚੱਲ ਸੇਵਾ ਕਰ, ਤੇ ਸੇਵਾ ਤੋਂ ਮਨ ਹਟਦਾ ਹੀ ਕੋਈ ਨਹੀਂ ਸੀ ਪਿਆ। ਸਿਮਰਨ ਕਰ, ਦੁੱਖ ਦਾਰੂ ਬਣ ਗਿਆ ਨਾ। ਦਾਰੂ ਦਾ ਅਰਥ ਦਵਾਈ ਬਣ ਗਿਆ। ਤੇ ਜਦੋਂ ਆਇਆ ਸੁੱਖ, ਫਿਰ ਤਾਂ ਅੱਧੀ ਰਾਤ ਵੀ ਛੱਡੋ, ਫਿਰ ਸੂਰਜ ਵੀ ਸਿਖਰ ਤੇ ਚੜਿਆ ਹੋਵੇ ਫਿਰ ਵੀ ਅੱਖ ਨਹੀਂ ਖੁੱਲਦੀ, ਇੰਨਾ ਆਲਸ ਘੇਰ ਲੈਂਦਾ। ਸੁੱਖ ਰੋਗ ਬਣ ਗਿਆ। ਸੁੱਖ ਨੇ ਨਿਤਨੇਮ ਨਹੀਂ ਕਰਨ ਦਿੱਤਾ, ਸੁੱਖ ਨੇ ਅੰਮ੍ਰਿਤ ਵੇਲਾ ਨਹੀਂ ਸੰਭਾਲਣ ਦਿੱਤਾ। ਸੁੱਖ ਨੇ ਆਖਿਆ ਵੀ ਮਨਾ ਟਾਈਮ ਹੈ ਨਹੀਂ, ਮੱਥਾ ਟੇਕ ਤੇ ਅਗਾਂਹ ਚੱਲ, ਸਮਾਂ ਨਹੀਂ ਹੈ। ਤੇ ਦੁੱਖ ਕਹਿੰਦਾ ਸੀ ਸਮਾਂ ਹੀ ਸਮਾਂ ਹੈ, ਜਿੰਨਾ ਸਮਾਂ ਹੈ ਬੈਠ ਕੇ ਸੇਵਾ ਸਿਮਰਨ ਵਿੱਚ ਜੁੜ। ਉਹ ਦੁੱਖ ਨੇ ਦਾਰੂ ਬਣਾ ਦਿੱਤਾ ਤੇ ਸੁੱਖ ਨੇ ਰੋਗ ਬਣਾ ਦਿੱਤਾ। ਹੁਣ ਇਹ ਜਿੰਨੇ ਵੀ ਨੇ ਇਹ ਸਾਰੇ ਸਾਡੇ ਸੁੱਖ ਵਾਸਤੇ ਤਾਂ ਨੇ, ਪਰ ਕਿਤੇ ਨਾ ਕਿਤੇ ਇਹਨੇ ਸਾਨੂੰ ਰੋਗੀ ਬਣਾ ਦਿੱਤਾ ਹੈ। ਸਤਿਗੁਰੂ ਜੀ ਜੇ ਕਹੋ ਤਾਂ ਇੱਕ ਪਲੰਗ ਜਿਹੜਾ ਉਹ ਤਿਆਰ ਕਰਾਂ, ਔਰ ਉਹਦੇ ਉੱਤੇ ਲਾਲ ਜੜੇ ਹੋਣ, ਸੋਹਣੀਆਂ ਇਸਤਰੀਆਂ ਸੇਵਾ ਦੇ ਰੂਪ ਵਿੱਚ ਹੋਣ, ਜੇ ਇਹ ਭੇਟ ਸਵੀਕਾਰ ਕਰ ਲਓ ਜੀ। ਸੁਨ ਸ਼੍ਰੀ ਨਾਨਕ ਜੀ ਤਬੈ ਕਿੰਨੇ ਬਚਨ ਬਖਾਨ। ਜਦੋਂ ਇਸ ਤਰ੍ਹਾਂ ਦੇ ਵਚਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੁਣੇ, ਅੱਗੋਂ ਸਤਿਗੁਰੂ ਜੀ ਆਪਣੇ ਮੁਖਾਰ ਬਿੰਦ ਤੋਂ ਇਸੇ ਹੀ ਸ਼ਬਦ ਜਿਹੜਾ ਸ਼੍ਰੀ ਰਾਗ ਦਾ ਇਹ ਸ਼ਬਦ ਹੈ, ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 14 ਦੇ ਉੱਪਰ ਸੁਭਾਈਮਾਨ ਹੈ। ਸਤਿਗੁਰੂ ਜੀ ਨੇ ਫਿਰ ਅਗਲੇ ਬਚਨ ਉਚਾਰੇ ਹਨ। ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ। ਮਹਾਰਾਜ ਜੀ ਕਹਿੰਦੇ ਨੇ ਆਹ ਧਰਤੀ, ਇਸ ਧਰਤੀ ਉੱਤੇ ਭਾਵੇਂ ਤੁਸੀਂ ਸੋਹਣੇ ਹੀਰੇ ਜਿਹੜੇ ਨੇ ਉਹ ਮੜਦੇ ਹੋ, ਉਸ ਧਰਤੀ ਉੱਤੇ ਜਿਹੜਾ ਪਲੰਗ ਜਿਹੜਾ ਤੁਸੀਂ ਵਡਾਉਣਾ ਹੈ, ਉਹ ਪਲੰਗ ਦੇ ਉੱਤੇ ਵੀ ਭਾਵੇਂ ਕਹਿੰਦੇ ਨੇ ਕੀਮਤੀ ਲਾਲ ਜੜੇ ਹੋਵਣ। ਮੋਹਣੀ ਮੁਖਮਣੀ ਸੋਹੇ ਕਰੇ ਰੰਗ ਪਸਾਓ। ਮੋਹਣੀ ਦਾ ਅਰਥ ਮਨ ਨੂੰ ਮੋਹ ਲੈਣ ਵਾਲੀ, ਮੁਖ ਸੋਹੈ ਉਹਦੇ ਮੁਖ ਦੇ ਉੱਪਰ ਮਣੀ ਸ਼ੋਭਦੀ ਹੋਵੇ। ਸਭ ਕਹਿੰਦੇ ਨੇ ਉਹ ਜਿਹੜੀ ਮਨ ਨੂੰ ਮੋਹ ਲੈਣ ਵਾਲੀ ਮੁਖ ਮਣੀ ਸੋਹੈ, ਮੁਖ ਦੇ ਉੱਤੇ ਜਿਹਦੇ ਮਣੀ ਜਿਹੜੀ ਆ ਉਹ ਸ਼ੋਭਦੀ ਹੋਵੇ, ਔਰ ਸੋਹਣੀ ਢੰਗ ਦੇ ਨਾਲ ਉਹ ਪ੍ਰੇਮ ਦੇ ਵਿੱਚ ਸੇਵਾਵਾਂ ਵੀ ਕਰਨ ਵਾਲੀ ਹੋਵੇ। ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾ। ਪਰ ਗੱਲ ਤਾਂ ਇਹ ਹੈ ਕਿ ਮਤ ਦੇਖ ਭੂਲਾ ਵਿਸਰੈ, ਇਹ ਸਾਰਾ ਕੁਝ ਦੇਖ ਕੇ ਕਿਤੇ ਪਰਮੇਸ਼ਵਰ ਨਾ ਭੁੱਲ ਜਾਏ, ਤੇਰਾ ਚਿਤ ਨਾ ਆਵੇ ਨਾ। ਹੇ ਅਕਾਲ ਪੁਰਖ ਜੀ, ਤੇਰਾ ਨਾਮ ਹੀ ਜੇ ਚਿਤ ਨਾ ਆਇਆ ਤੇ ਇਹ ਸੋਹਣੀ ਧਰਤੀ ਕੀ ਕਰਾਂਗੇ ਆਪਾਂ?
ਅਸੀਂ ਇਸ ਜਿਹੜਾ ਘਰ ਅਸੀਂ ਬਣਾ ਕੇ ਸੰਗਮਰਮਰ ਦੇ ਪੱਥਰ ਵੀ ਉਹਦੇ ਤੇ ਲਾਏ, ਵਧੀਆ ਤੋਂ ਵਧੀਆ ਮਹਿੰਗੀਆਂ ਤੋਂ ਮਹਿੰਗੀਆਂ ਟਾਈਲ ਵੀ ਆਪਾਂ ਲਿਆ ਕੇ ਲਾ ਦਿੱਤੀਆਂ, ਜਾਂ ਅਸੀਂ ਸੋਨੇ ਦਾ ਘਰ ਵੀ ਬਣਾ ਕੇ ਸੋਨੇ ਦਾ ਪਲੰਗ ਵੀ, ਮੰਜਾ ਜਿਹਨੂੰ ਆਪਾਂ ਕਹਿ ਲਈਏ ਜਾਂ ਬੈੱਡ ਕਹਿ ਲਈਏ, ਇਹ ਲਿਆ ਕੇ ਅੰਦਰ ਡਾਹ ਦਿੱਤਾ, ਪਰ ਜੇ ਉਹਦਾ ਨਾਮ ਹੀ ਚੇਤਨਾ ਆਇਆ, ਜੇ ਉਹ ਪਰਮਾਤਮਾ ਜੇ ਮੁਖ ਤੋਂ ਵਾਹਿਗੁਰੂ ਹੀ ਨਾ ਨਿਕਲਿਆ, ਫਿਰ ਇਹ ਸਾਰਾ ਕੁਝ ਕੀ ਕਰਨਾ ਹੈ? ਇਹ ਸਭ ਕੁਝ ਫਿਰ ਸਾਡੇ ਲਈ ਦੁੱਖਦਾਈ ਹੋ ਜਾਏਗਾ। ਅਸੀਂ ਤੇ ਆਪਣੇ ਲਈ ਸੁਖਦਾਈ। ਇੱਕ ਦਿਨ ਇਹ ਵੀ ਬੇਨਤੀ ਕੀਤੀ ਸੀ ਕਿ ਅੱਜ ਤਾਂ ਸਾਡੇ ਵਿਆਹ ਸ਼ਾਦੀਆਂ ਤੇ ਜਿਹੜੇ ਸਾਡੇ ਮਰਗ ਦੇ ਜਿਹੜੇ ਭੋਗ ਹੁੰਦੇ ਆ, ਪਤਾ ਹੀ ਨਹੀਂ ਲੱਗਦਾ, ਅਸੀਂ ਬਣਾ ਹੀ ਇੱਕੋ ਜਿਹਾ ਦਿੱਤਾ। ਉਹ ਖਾਣ ਪੀਣ ਦੇ ਜਿਹੜੇ ਸਟਾਲ ਨੇ, ਉਹ ਅਡੰਬਰ ਹੀ ਇਦਾਂ ਦੇ ਰਚ ਦਿੱਤੇ, ਬੰਦੇ ਨੂੰ ਭੁਲੇਖਾ ਪੈ ਜਾਂਦਾ ਵੀ ਇੱਥੇ ਆਨੰਦ ਕਾਰਜ ਹੋ ਰਿਹਾ ਕਿ ਕਿਸੇ ਦਾ ਭੋਗ ਪੈ ਰਿਹਾ। ਅਸੀਂ ਮਾਇਆਵੀ ਤਲ ਉੱਤੇ ਚਮਕ ਦਮਕ ਹੀ ਇੰਨੀ ਬਣਾ ਦਿੱਤੀ ਹੈ। ਫਿਰ ਕਿਸੇ ਨੂੰ ਕਹਿਣਾ ਪਿਆ ਕਿ ਸਾਦੇ ਵਿਆਹ ਸਾਦੇ ਭੋਗ, ਨਾ ਕੋਈ ਚਿੰਤਾ ਨਾ ਕੋਈ ਰੋਗ। ਆ ਜਿੰਨੇ ਅਡੰਬਰ ਮਾਇਆਵੀ ਅਸੀਂ ਰਚ ਰਹੇ ਹਾਂ ਨਾ, ਠੀਕ ਹੈ, ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਨੇ, ਪਰ ਇਹ ਵੀ ਇਸ ਤਰ੍ਹਾਂ ਵੀ ਨਾ ਮਨਾਓ ਕਿ ਉਹ ਤੁਹਾਡੇ ਰੋਗ ਤੇ ਚਿੰਤਾ ਦਾ ਕਾਰਨ ਬਣ ਜਾਏ। 2 ਦਿਨ ਚਮਕ ਮਾਇਆਵੀ ਦਿਖਾ ਦਿੱਤੀ, ਪਰ 2 ਸਾਲ ਜਾਂ 20 ਸਾਲ ਤੱਕ ਮੁੜ ਕੇ ਚਿੰਤਾ ਦਾ ਰੋਗ ਲੱਗਾ ਰਿਹਾ। ਕੀ ਫਾਇਦਾ ਫਿਰ ਉਸੇ 2 ਦਿਨ ਦੀ ਚਮਕ ਦਾ? ਇਸ ਲਈ ਸਾਦਗੀ ਜਿਹੜੀ ਹੈ ਨਾ, ਉਹ ਸਾਦਗੀ ਤਾਂ ਸਦਾ ਰਹਿ ਜਾਏਗੀ, ਪਰ ਜਿਹੜੇ ਅਸੀਂ ਫੈਸ਼ਨ ਜਾਂ ਅਸੀਂ ਵਿਖਾਵਾ ਦੁਨੀਆ ਵਿੱਚ ਕਰਦੇ ਹਾਂ, ਇਹ ਤੇ 4 ਦਿਨ ਦਾ ਹੈ। ਇਹ 4 ਦਿਨ ਦੇ ਕੱਚੇ ਰੰਗ ਨੇ, ਉੱਡ ਜਾਣਗੇ, ਪਰ ਸਾਦਗੀ ਵਾਲਾ ਜੀਵਨ ਤੇ ਸਦਾ ਤੱਕ ਰਹਿ ਜਾਂਦਾ ਹੈ। ਇਸ ਲਈ ਮਹਾਰਾਜ ਜੀ ਕਿਰਪਾ ਕਰਨ, ਇਹ ਅਸਲ ਵਿੱਚ ਗੱਲ ਕਲਯੁਗ ਦੀ ਨਹੀਂ ਹੈ, ਗੱਲ ਸਾਡੀ ਹੈ ਜੋ ਅਸੀਂ ਕਲਯੁਗ ਦੇ ਪ੍ਰਭਾਵ ਹੇਠ ਜੀ ਰਹੇ ਹਾਂ। ਸਾਨੂੰ ਮਹਾਰਾਜ ਜੀ ਸਮਝਾ ਰਹੇ ਨੇ। ਸਾਹਿਬ ਜੀ ਨੇ ਆਖਿਆ, ਠੀਕ ਹੈ, ਇਹ ਸਾਰੀ ਭੇਟ ਮੈਂ ਤੇਰੇ ਕੋਲੋਂ ਲੈ ਵੀ ਲਵਾਂ, ਪਰ ਮਤ ਦੇਖ ਭੂਲਾ ਵਿਸਰੈ। ਮਤਾਂ ਕਿਤੇ ਆ ਦੇਖ ਕੇ ਕਿਤੇ ਉਹ ਭੁੱਲ ਜਾਏ, ਭੁੱਲ ਕੇ ਵਿਸਰ ਜਾਏ, ਤੇ ਜਦੋਂ ਉਹ ਵਿਸਰ ਗਿਆ ਤੇਰਾ ਚੇਤਨਾ ਆਵੇ ਨਾਉ, ਤੇ ਉਹਦਾ ਨਾਮ ਜੇ ਚੇਤਨਾ ਆਇਆ, ਤੇ ਜੇ ਉਹਦਾ ਨਾਮ ਚੇਤਨਾ ਆਇਆ ਤੇ ਫਿਰ ਆਸਾੜ ਤਪੰਦਾ ਤਿਸ ਲੱਗੇ ਹਰ ਨਾਮ ਨਾ ਜਨਾ ਪਾਸ। ਫਿਰ ਉਹ ਅੰਦਰ ਹਿਰਦਾ ਅੰਦਰੋਂ ਵਿਕਾਰਾਂ ਦੀ ਅੱਗ ਨਾਲ ਤਪੇਗਾ, ਫਿਰ ਤ੍ਰਿਸ਼ਨਾ ਦੀ ਅੱਗ ਦੇ ਵਿੱਚ, ਕ੍ਰੋਧ ਦੀ ਅੱਗ ਵਿੱਚ ਅੰਦਰੋਂ ਹਿਰਦਾ ਤਪੇਗਾ, ਫਿਰ ਨਫ਼ਰਤ ਵੀ ਪੈਦਾ ਹੋਵੇਗੀ। ਜੇ ਉਹ ਤਪਤ ਹੈ ਬਾਰੋ ਬਾਰ, ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ। ਇਸ ਲਈ ਸਾਹਿਬ ਨੇ ਆਖਿਆ ਵੀ ਨਹੀਂ, ਜੋ ਤੂੰ ਮੈਨੂੰ ਭੇਟ ਕਰਨਾ ਚਾਹੁੰਦਾ ਇਹ ਵੀ ਸਵੀਕਾਰ ਨਹੀਂ ਹੈ। ਕਲਯੁਗ ਭੋਗਰੇ ਬੋਲੀਏ ਇਨਕੀ ਚਾਹ ਜਨਾ। ਅੱਗੋਂ ਫਿਰ ਕਲਯੁਗ ਜਿਹੜਾ ਸੀ ਉਹ ਬੋਲਿਆ, ਕਹਿੰਦੇ ਨੇ ਜੇ ਆਹ ਚੀਜ਼ਾਂ ਦੀ ਤੁਹਾਡੀ ਚਾਹਤ ਨਹੀਂ ਹੈ ਜੀ, ਨਵ ਨਿਦਾਤ ਮਲੀ ਜੀਏ ਸਿੱਧ 18 ਫਿਰ ਚਾਹ। ਇਦਾਂ ਕਰੋ 9 ਨਿਧੀ ਤੇ 18 ਸਿੱਧੀਆਂ ਲੈ ਲਓ, ਤੁਸੀਂ ਬਹੁਤ ਵੱਡੇ ਸਿੱਧ ਜਿਹੜੇ ਆ ਉਹ ਜੋਗੀ ਬਣ ਜਾਓ। ਜੇ ਤੁਹਾਨੂੰ ਚਲੋ ਘਰ ਵੀ ਨਹੀਂ ਚਾਹੀਦਾ ਮੋਤੀਆਂ ਦਾ ਉਸਰਿਆ ਹੋਇਆ, ਇਹ ਪਲੰਗ ਵੀ ਨਹੀਂ ਚਾਹੀਦਾ ਜਿਹੜੇ ਨਾਲ ਹੀ ਲਾਲ ਹੀਰੇ ਜਿਹੜੇ ਹੋਣ, ਤੁਹਾਨੂੰ ਸੋਹਣੀ ਧਰਤੀ, ਸੋਹਣਾ ਘਰ, ਸੋਹਣਾ ਪਲੰਗ ਵੀ ਨਹੀਂ ਚਾਹੀਦਾ, ਫਿਰ ਤੁਸੀਂ ਲੈ ਲਓ ਰਿੱਧੀਆਂ ਸਿੱਧੀਆਂ ਲੈ ਲਓ। ਤੇ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਮਹਾਰਾਜ ਕਹਿੰਦੇ ਰਿੱਧੀਆਂ ਸਿੱਧੀਆਂ ਸਾਡਾ ਸਵਾਦ ਨਹੀਂ ਹੈ, ਅਸੀਂ ਇਹਨਾਂ ਸਵਾਦਾਂ ਵਿੱਚ ਪੈ ਕੇ ਰੁਕ ਨਾ ਜਾਈਏ, ਅਸੀਂ ਅਗਾਂਹ ਚੱਲਣਾ ਹਜੇ, ਇਹ ਰੁਕਾਵਟ ਨਾ ਬਣ ਜਾਏ। ਰਿੱਧ ਸਿੱਧ ਅਵਰਾ ਸਾਧ ਇਹ ਹੋਰ ਸਵਾਦ ਨੇ, ਅਸੀਂ ਨਾਮ ਦਾ ਸਵਾਦ ਲੈਣਾ ਹੈ, ਅਸੀਂ ਮੁਕਤੀ ਵੀ ਨਹੀਂ ਲੈਣਾ ਚਾਹੁੰਦੇ, ਅਸੀਂ ਤੇ ਚਾਹੁੰਦੇ ਹਾਂ ਬਸ ਮਾਲਕ ਦੇ ਚਰਨਾਂ ਨਾਲ ਸੁਰਤ ਜੁੜੀ ਰਵੇ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਮਨ ਬਸ ਪਿਆਰੇ ਦੇ ਚਰਨਾਂ ਵਿੱਚ ਪ੍ਰੀਤ ਕਰਕੇ ਜੁੜਿਆ ਰਵੇ, ਰਾਜ ਨਾ ਚਾਹੋ, ਮੁਕਤ ਨਾ ਚਾਹੋ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਨੂੰ ਆਖਿਆ ਵੀ ਰਿੱਧ ਸਿੱਧ, ਤੇ ਮਹਾਰਾਜ ਨੇ ਆਖਿਆ ਵੀ ਨਹੀਂ, ਰਿੱਧ ਸਿੱਧ ਅਵਰਾ ਸਾਧ, ਇਹ ਤੇ ਹੋਰ ਸਵਾਦ ਨੇ, ਇਹ ਪਰਮਾਰਥ ਦੇ ਰਾਹ ਤੇ ਤੁਰਨ ਵਾਲੇ ਸਵਾਦ ਨਹੀਂ, ਇਹ ਰਸ ਹੋਰ ਨੇ। ਇੱਥੇ ਕਲਯੁਗ ਨੇ ਆਖਿਆ ਵੀ ਜੇ ਤੁਹਾਨੂੰ ਇਹਨਾਂ ਦੀ ਚਾਹਤ ਨਹੀਂ ਤਾਂ ਨਵ ਨਿਧੀ ਤੁਮ ਲੀਜੀਐ ਸਿੱਧ 18 ਚਾਹੇ। ਤੁਸੀਂ 9 ਨਿਧੀਆਂ ਤੇ 18 ਸਿੱਧੀਆਂ ਲੈ ਲਵੋ ਜੀ। ਸਿੱਧ 18 ਚਾਹੇ ਗੁਪਤ ਪ੍ਰਗਟ ਸੋ ਕਰਨ। ਆਪ ਜੀ ਨੇ ਪ੍ਰਸੰਗ ਸੁਣਿਆ ਹੈ ਸੁਮੇਰ ਪਰਬਤ ਦਾ, ਗੋਰਖਨਾਥ ਜਿੰਨੇ ਵੀ ਉਹਦੇ ਜੋਗੀ ਨੇ, ਉਹ ਸਾਰਾ ਇਤਿਹਾਸ ਆਪਾਂ ਸੁਣ ਕੇ ਆਏ ਹਾਂ, ਕਿਵੇਂ ਉਹ ਆਪਣੇ ਆਪ ਦੇ ਵਿੱਚ ਰਿੱਧੀਆਂ ਸਿੱਧੀਆਂ ਦਿਖਾਉਂਦੇ ਨੇ, ਅਲੋਪ ਵੀ ਹੋ ਜਾਂਦੇ ਆ, ਪ੍ਰਗਟ ਵੀ ਹੋ ਜਾਂਦੇ ਆ। ਇਸ ਤਰ੍ਹਾਂ ਇਹਨੇ ਵੀ ਆਖਿਆ, ਕਹਿੰਦੇ ਤੁਸੀਂ ਇਦਾਂ ਕਰੋ ਸਿੱਧੀ ਲੈ ਲਓ, ਫਿਰ ਤੁਸੀਂ ਚਾਹੋ ਤਾਂ ਗੁਪਤ ਹੋ ਜਾਓ, ਤੁਸੀਂ ਚਾਹੋ ਤਾਂ ਪ੍ਰਗਟ ਹੋ ਜਾਓ, ਤੁਹਾਡੇ ਕੋਲ ਇਹ ਬਖਸ਼ਿਸ਼ ਆ ਜਾਵੇਗੀ। ਜਹ ਚਾਹੋ ਤੈ ਫਿਰੋ ਸੁਖੀ ਤੁਮਕੋ ਖਟ ਕਰਨ। ਮਹਾਰਾਜ ਤੁਹਾਨੂੰ ਕੋਈ ਨਹੀਂ ਰੋਕੇਗਾ, ਹਟਕਾਰ ਤੁਹਾਨੂੰ ਕੋਈ ਕਿਸੇ ਰਾਹ ਤੋਂ ਹਟਾਵੇਗਾ ਨਹੀਂ, ਕਿਉਂਕਿ ਜੋ ਤੁਸੀਂ ਚਾਹੋਗੇ ਉਹ ਤੁਹਾਨੂੰ ਮਿਲ ਜਾਵੇਗਾ। ਸਰਬ ਲੋਕ ਤੁਮ ਤੇ ਡਰੇ ਪੂਜੈ ਪਦ ਜਿਤ ਲਾਏ। ਔਰ ਸਾਰੇ ਲੋਕ ਤੁਹਾਡੇ ਤੋਂ ਡਰਨਗੇ। ਹੁਣ ਰਿੱਧੀਆਂ ਸਿੱਧੀਆਂ ਜਿਹੜੀਆਂ ਨੇ, ਜੇ ਕਿਸੇ ਕੋਲ 1 ਕਲਾ, ਕਿਸੇ ਕੋਲ 2, ਕਿਸੇ ਕੋਲ 4, ਉਹ ਉਹਦੇ ਨਾਲ ਹੀ ਡਰਾਉਂਦੇ ਨੇ ਲੋਕਾਂ ਨੂੰ, ਤੇ ਲੋਕ ਡਰਦੇ ਉਹਨਾਂ ਦੇ ਪੈਰੀ ਪੈ ਜਾਂਦੇ ਆ। ਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਇੱਥੇ ਡਰ ਕੇ ਪੈਰੀ ਨਹੀਂ ਪੈਣਾ, ਤੁਸੀਂ ਕਿਸੇ ਦੇ ਡਰਾਵੇ ਵਿੱਚ ਆ ਕੇ ਇੱਥੇ ਪੈਰੀ ਨਹੀਂ ਪੈਣਾ, ਤੁਸੀਂ ਆਪਣੇ ਮਨ ਵਿੱਚੋਂ ਡਰ ਕੱਢ ਕੇ ਜਾਓ। ਤਾਂ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਾਹਿਬ ਜੀ ਕਹਿੰਦੇ ਜੇ ਤੂੰ ਪਰਮੇਸ਼ਵਰ ਨੂੰ ਪ੍ਰੇਮ ਨਾਲ ਮਿਲਣਾ ਚਾਹੁੰਦਾ ਹੈ ਤੇ ਭੈ ਰੱਖ ਕੇ ਨਾ ਆਪਣਾ ਭੈ ਅੰਦਰੋਂ ਕੱਢ ਕੇ ਆ। ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਉਹ ਸਭਨਾ ਕੀ ਰਿਣ ਕਾ ਤਉ ਆਓ ਹਮਾਰੇ ਪਾਸ। ਪਰ ਜਿਨ੍ਹਾਂ ਨੂੰ ਰਿੱਧ ਸਿੱਧ ਜਿਨ੍ਹਾਂ ਕੋਲ ਸੀ, ਉਹਨਾਂ ਨੇ ਲੋਕਾਂ ਨੂੰ ਡਰਾਇਆ ਹੀ ਬੜਾ, ਜੇ ਤੁਸੀਂ ਸਾਡੀ ਗੱਲ ਨਾ ਮੰਨੀ ਅਸੀਂ ਤੁਹਾਨੂੰ ਸ਼ਰਾਪ ਦੇ ਦਿਆਂਗੇ, ਆਹ ਕਰ ਦਿਆਂਗੇ, ਇਸ ਤਰ੍ਹਾਂ ਕਰਦੇ। ਲੋਕ ਡਰਦੇ ਉਹਨਾਂ ਦੇ ਪੈਰੀ ਪੈਣ ਲੱਗ ਜਾਂਦੇ ਆ। ਪਰ ਇੱਥੇ ਤਾਂ ਮਹਾਰਾਜ ਨੇ ਆਖਿਆ, ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਕਾਹੇ ਬਖਾਨ। ਇਹਨੇ ਆਖਿਆ ਮਹਾਰਾਜ ਰਿੱਧੀ ਸਿੱਧੀ ਲੈ ਲਓ, ਲੋਕ ਤੁਹਾਡੇ ਤੋਂ ਡਰਿਆ ਕਰਨਗੇ, ਤੁਹਾਡੇ ਆ ਕੇ ਪੈਰੀ ਪੈ ਜਾਵਣਗੇ। ਭੇਟ ਲਗੇ ਮਮ ਦਿਸ਼ਾ ਤੇ ਸੁਨ ਬੋਲੇ ਗਤ ਦਾਏ। ਆਹ ਵਾਲੀ ਭੇਟ ਮੇਰੇ ਤੋਂ ਲੈ ਲਓ, ਗਤ ਦਾਏ, ਮੁਕਤੀ ਦੇ ਦਾਤਾ, ਜਿਨ੍ਹਾਂ ਨੇ ਸਾਨੂੰ ਵਿਕਾਰਾਂ ਤੋਂ ਮੁਕਤੀ ਦਿਵਾਉਣੀ ਹੈ। ਗੁਰੂ ਨਾਨਕ ਸਾਹਿਬ ਜੀ ਫਿਰ ਬੋਲੇ ਹਨ, ਸਿੱਧ ਖੋਬਾ ਸਿੱਧ ਲਾਈ ਰਿੱਧ ਆਖਾ ਆਓ। ਸਾਰੇ ਕਹਿੰਦੇ ਸਿੱਧ ਹੋਵਾਂ, ਵੀ ਮੈਂ ਬਹੁਤ ਵੱਡਾ ਸਿੱਧ ਜਿਹੜਾ ਉਹ ਬਣ ਜਾਵਾਂ। ਸਿੱਧ ਲਾਈ, ਸਿੱਧ ਧੱਦੇ ਨੂੰ ਸਿਆਰੀ, ਸਿੱਧੀ ਲਾਈ ਦਾ ਮਤਲਬ ਸਮਾਧੀ ਲਾ ਕੇ ਬੈਠ ਜਾਵਾਂ, ਜੋਗੀਆਂ ਵਾਲੀ ਸਮਾਧੀ ਲਾ ਕੇ ਵੀ ਜਿਹੜਾ ਉਹ ਮੈਂ ਬੈਠ ਜਾਵਾਂ, ਔਰ ਮੈਨੂੰ ਇਹ ਸਾਰੀਆਂ ਰਿੱਧੀਆਂ ਸਿੱਧੀਆਂ ਦੇ ਖਜ਼ਾਨੇ ਮਿਲ ਜਾਵਣ। ਗੁਪਤ ਪ੍ਰਗਟ ਹੋਏ ਬੈਸਾ ਲੋਕ ਰਖਾ ਪਾਓ। ਮੈਂ ਗੁਪਤ ਵੀ ਹੋ ਜਾਵਾਂ ਤੇ ਪ੍ਰਗਟ ਵੀ ਹੋ ਜਾਵਾਂ, ਤੇ ਲੋਕ ਮੇਰਾ ਭਾਵ ਜਿਹੜਾ ਰੱਖਣ, ਮੇਰੇ ਤੋਂ ਡਰਨ ਲੋਕ, ਔਰ ਡਰ ਵਿੱਚ ਆ ਕੇ ਮੇਰੇ ਕੋਲ ਆ ਕੇ ਲੋਕ ਜਿਹੜੇ ਨੇ ਉਹ ਭਾਵਨਾ ਦੇ ਨਾਲ ਜੁੜਨੇ ਵੀ ਸ਼ੁਰੂ ਹੋ ਜਾਵਣ। ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨ ਆਵੇ ਨਾ। ਪਰ ਮੁਕਤੀ ਗੱਲ ਤਾਂ ਇਹੀ ਹੈ ਕਿ ਜੇ ਮੈਂ ਰਿੱਧ ਸਿੱਧੀਆਂ ਵੀ ਪ੍ਰਾਪਤ ਕਰ ਲਵਾਂ, ਸਿੱਧ ਵੀ ਬਣ ਜਾਵਾਂ, ਸਿੱਧੀਆਂ ਵਾਂਗੂ ਸਮਾਧੀਆਂ ਵੀ ਲਾ ਲਵਾਂ ਸਿੱਧਾ ਵਾਂਗੂ, ਤੇ ਲੋਕ ਮੇਰੇ ਤੋਂ ਡਰਨ ਵੀ ਲੱਗ ਜਾਣ, ਕਦੇ ਮੈਂ ਪ੍ਰਗਟ ਹੋ ਜਾਵਾਂ, ਕਦੇ ਮੈਂ ਗੁਪਤ ਵੀ ਹੋ ਜਾਵਾਂ। ਪਰ ਗੱਲ ਤੇ ਇਹੀ ਹੈ ਕਿ ਮਤ ਦੇਖ ਭੂਲਾ ਵਿਸਰੈ। ਇਹ ਸਾਰਾ ਕੁਝ ਜਿਹੜਾ ਮਿਲ ਗਿਆ, ਇਹ ਮਿਲਣ ਤੋਂ ਬਾਅਦ ਉਹ ਜੇ ਪਰਮੇਸ਼ਵਰ ਹੀ ਭੁੱਲ ਗਿਆ, ਤਾਂ ਜੇ ਉਹ ਵਿਸਰ ਗਿਆ, ਜੇ ਉਹਦਾ ਨਾਮ ਹੀ ਚੇਤਨਾ ਆਇਆ, ਤੇ ਫਿਰ ਸਾਡਾ ਜੀਵਨ ਕਾਹਦਾ ਹੈ? ਜੇ ਉਸ ਮਾਲਕ ਦੇ ਨਾਮ ਨਾਲ ਹੀ ਨਾ ਜੁੜੇ ਤੇ ਇਹ ਸਾਰਾ ਕੁਝ ਸਾਡੇ ਵਾਸਤੇ ਵਿਅਰਥ ਹੈ, ਕਿਸੇ ਕੰਮ ਦਾ ਨਹੀਂ। ਦੂਜੀ ਗੱਲ, ਜਿਹੜੇ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਨੇ ਨਾ, ਉਹ ਕਹਿੰਦੇ ਨੇ ਸਾਨੂੰ ਰਿੱਧੀਆਂ ਸਿੱਧੀਆਂ ਦੀ ਲੋੜ ਹੀ ਕੀ ਹੈ? ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ, ਫਿਰ ਜੋ ਹਰ ਹਿਰਦੇ ਸਦਾ ਵਸਾਏ, ਉਹ ਤਾਂ ਕਹਿੰਦੇ ਪਿੱਛੇ ਲੱਗੀਆਂ ਫਿਰਦੀਆਂ ਨੇ, ਇਹ ਸਾਨੂੰ ਆਪਣੇ ਚਰਨਾਂ ਵਿੱਚ ਥਾਂ ਹੀ ਦੇ ਦਿਓ।
ਪਰ ਭਗਤ ਜਨ ਕਿੱਥੇ ਰਿੱਧੀਆਂ ਸਦੀਆਂ ਨੂੰ ਥਾਂ ਦਿੰਦੇ ਆ, ਉਹ ਤਾਂ ਆਪਣੇ ਤੋਂ ਪਰੇ ਹੀ ਰੱਖਦੇ ਆ ਵੀ ਤੁਹਾਡਾ ਸਾਡਾ ਕੋਈ ਮੇਲ ਨਹੀਂ ਹੈ। ਅਸੀਂ ਨਿਰੰਕਾਰ ਨਾਲ ਜੁੜਨਾ ਹੈ ਤੇ ਰਿੱਧ ਸਿੱਧ ਅਵਰ ਆਸਾਦ ਹੈ। ਅਸੀਂ ਆਪਣੇ ਪੈਰ ਵਿੱਚ ਬੇੜੀਆਂ ਥੋੜੀ ਪਾਣੀਆਂ ਨੇ, ਇਸ ਲਈ ਉਹ ਇਹਨਾਂ ਦੇ ਜਾਲ ਵਿੱਚ ਨਹੀਂ ਵਿਚਦੇ। ਅੱਜ ਬੜੇ ਮਾਇਆਵੀ ਜਾਲ ਵਿਛਾਏ ਜਾਂਦੇ ਨੇ, ਬੜੇ ਤਰ੍ਹਾਂ ਦੇ ਲਾਲਚ, ਇਹ ਵੀ ਤਾਂ ਇੱਕ ਤਰ੍ਹਾਂ ਦਾ ਲਾਲਚ ਹੀ ਹੈ। ਬੜੇ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਆ, ਔਰ ਜਿਹੜੇ ਤਾਂ ਮਾਇਆਵੀ ਰੰਗਾਂ ਵਿੱਚ ਰੰਗ ਜਾਂਦੇ ਨੇ ਉਹ ਤਾਂ ਫਿਰ ਲੱਗ ਜਾਂਦੇ ਆ ਉਹਨਾਂ ਦੇ ਮਗਰ। ਉਹ ਕਹਿੰਦੇ ਦੱਸੋ ਕੀ ਕਰਨਾ ਹੈ, ਸਿੱਖੀ ਛੱਡਣੀ ਹੈ ਛੱਡ ਦਿੰਦੇ ਆ, ਸੀਸ ਤੋਂ ਦਸਤਾਰ ਲਾਉਣੀਆਂ ਲਾ ਦਿੰਦੇ ਆ, ਕੇਸ ਲਵਾਉਣੀਆਂ ਲਵਾ ਦਿੰਦੇ ਆ, ਬਸ ਮਾਇਆ ਦੇ ਚਾਰ ਟੁਕੜਿਆਂ ਦੇ ਪਿੱਛੇ, ਪਦਾਰਥਾਂ ਦੇ ਪਿੱਛੇ ਕਈ ਵਾਰੀ ਉਹ ਗੁਰੂ ਤੋਂ ਬੇਮੁਖ ਹੋ ਜਾਂਦੇ ਆ। ਪਰ ਇੱਕ ਗੱਲ ਧਿਆਨ ਵਿੱਚ ਸਮਝ ਕੇ ਚੱਲੀਏ ਵੀ ਠੀਕ ਹੈ, ਮਾਇਆਵੀ ਪਦਾਰਥਾਂ ਦੀ ਸਾਨੂੰ ਲੋੜ ਹੈ, ਰੋਟੀ ਕੱਪੜਾ ਮਕਾਨ ਤਿੰਨੇ ਚੀਜ਼ਾਂ ਚਾਹੀਦੀਆਂ, ਪਰ ਤਿੰਨੇ ਚੀਜ਼ਾਂ ਵੀ ਸਾਡੇ ਲਈ ਸਭ ਕੁਝ ਨਹੀਂ। ਇਹ ਤਿੰਨੇ ਚੀਜ਼ਾਂ ਨੇ ਸਾਨੂੰ ਮੁਕਤੀ ਨਹੀਂ ਦਿਵਾਉਣੀ, ਨਿਰੰਕਾਰ ਦੇ ਚਰਨਾਂ ਨਾਲ ਨਹੀਂ ਸਾਨੂੰ ਜੁੜਨ ਦੇਣਾ। ਇਸ ਲਈ ਕਈ ਐਸੇ ਆ ਜਿਹੜੇ ਪਦਾਰਥਾਂ ਵੱਲ ਮੁੱਖ ਕਰਕੇ ਗੁਰੂ ਤੋਂ ਬੇਮੁਖ ਹੋ ਜਾਂਦੇ ਆ। ਪਰ ਗੁਰੂ ਸਾਹਿਬ ਕਹਿੰਦੇ ਇੱਕ ਗੱਲ ਧਿਆਨ ਰੱਖਿਓ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਫਿਰ ਮੁਕਤੀ ਨਹੀਂ ਮਿਲਣੀ ਆਵਾਗਮਨ ਤੋਂ, ਜੰਮਣ ਮਰਨ ਤੋਂ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਮੁਕਤ ਨਹੀਂ ਹੋ ਸਕਦੇ। ਤੁਸੀਂ ਘਰ ਬਣਾਉਣਾ ਜਿੰਨਾ ਮਰਜ਼ੀ ਵੱਡਾ ਬਣਾ ਲਓ, ਤੁਸੀਂ ਪਦਾਰਥ ਲੈਣੇ ਆ ਜਿੰਨੇ ਮਰਜ਼ੀ ਪਦਾਰਥ ਲੈ ਲਓ, ਪਰ ਜੇ ਗੁਰੂ ਤੋਂ ਬੇਮੁਖ ਹੋ ਕੇ ਫਿਰ ਤੁਹਾਨੂੰ ਮੁਕਤੀ ਨਹੀਂ ਜੇ ਮਿਲਣੀ, ਦੁੱਖਾਂ ਤੋਂ ਛੁਟਕਾਰਾ ਨਹੀਂ ਜੇ ਕਿਤੇ ਹੋਣਾ। ਇਸ ਲਈ ਬੜੇ ਲਾਲਚ ਜਿਹੜੇ ਆ ਉਹ ਦਿੱਤੇ ਗਏ ਆ। ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਤੱਕ ਸਾਹਿਬ ਜੀ ਦਾ ਇਤਿਹਾਸ, ਗੁਰੂ ਕੇ ਸਿੱਖਾਂ ਦਾ ਇਤਿਹਾਸ ਦੇਖ ਲਓ, ਕਿੰਨੇ ਤਰ੍ਹਾਂ ਦੇ ਉਹਨਾਂ ਨੂੰ ਪਦਾਰਥਾਂ ਦੇ ਲਾਲਚ ਦਿੱਤੇ, ਪਰ ਉਹਨਾਂ ਨੇ ਇੱਕੋ ਗੱਲ ਆਖੀ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਓ। ਇਹ ਸੱਚੇ ਪਾਤਸ਼ਾਹ, ਇਹ ਸਾਰੇ ਪਦਾਰਥ ਲੈ ਕੇ ਜੇ ਤੂੰ ਹੀ ਵਿਸਰ ਗਿਆ ਤੇ ਫਿਰ ਇਹਨਾਂ ਪਦਾਰਥਾਂ ਨੂੰ ਕੀ ਕਰਨਾ ਸੀ? ਇਹ ਪਦਾਰਥ ਸਾਡੇ ਲਈ ਜ਼ਹਿਰ ਬਣ ਜਾਣਗੇ। ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਮੈਨੂੰ ਰਿੱਧੀਆਂ ਸਿੱਧੀਆਂ ਔਰ ਸਿੱਧਾਂ ਵਾਲੀਆਂ ਸਮਾਧੀਆਂ ਵੀ ਨਹੀਂ ਚਾਹੀਦੀਆਂ, ਜਿਹਨੂੰ ਵੇਖ ਕੇ ਪਰਮੇਸ਼ਵਰ ਵਿਸਰ ਜਾਵੇ। ਕਲ ਯੁਗ ਬਚਨਾ ਪੁਨ ਪਨੇ ਜਗ ਪਤਸ਼ਾਹੀ ਲੈ। ਉਹਨੇ ਫਿਰ ਅੱਗੋਂ ਬਚਨ ਆਖਿਆ, ਉਹ ਕਹਿਣ ਲੱਗੇ ਚਲੋ ਤੁਹਾਨੂੰ ਰਿੱਧੀਆਂ ਸਿੱਧੀਆਂ ਵੀ ਨਹੀਂ ਚਾਹੀਦੀਆਂ, ਫਿਰ ਤੁਸੀਂ ਜਗਤ ਦੀ ਪਾਤਸ਼ਾਹੀ ਲੈ ਲਓ, ਫਿਰ ਤੁਸੀਂ ਮਹਾਰਾਜਾ ਬਣ ਜਾਓ, ਫਿਰ ਤੁਸੀਂ ਪਾਤਸ਼ਾਹ ਜਿਹੜਾ ਉਹ ਬਣ ਜਾਵੋ ਜੀ। ਹੁਕਮ ਕਰੋ ਉਰ ਪਵ ਤੇ ਚਰਨ ਤਖਤ ਪਰ ਦੇ। ਚਰਨ ਤਖਤ ਪਰ ਦੇ, ਭਾਵ ਤਖਤ ਤੇ ਬੈਠ ਕੇ ਚਰਨ ਆਪਣੇ ਉੱਥੇ ਟਿਕਾ ਕੇ ਤੁਸੀਂ ਸਾਰਿਆਂ ਉੱਤੇ ਆਪਣਾ ਹੁਕਮ ਜਿਹੜਾ ਉਹ ਚਲਾਉਣਾ ਕਰੋ। ਮਨ ਪਾਵੰਦੇ, ਉਰ ਭਾਵ ਤੇ ਦਾ ਅਰਥ ਹੈ ਮਨ ਪਾਵੰਦੇ, ਜੋ ਮਨ ਪਾਉਂਦੇ ਹੁਕਮ ਨੇ ਉਹ ਚਲਾਉਣਾ ਕਰੋ। ਚਰਨ ਤਖਤ ਪਰ ਦੇ ਜਗਤ ਮੰਨੈ ਸਭ ਆਨਾ। ਔਰ ਤੁਸੀਂ ਆਪਣੇ ਤਖਤ ਤੇ ਚਰਨ ਟਿਕਾ ਕੇ ਉਹਦੇ ਤੇ ਆਸਨ ਲਾ ਕੇ ਜੋ ਮਨ ਚਾਹੁੰਦਾ ਹੁਕਮ ਹੈ ਉਹ ਕਰੋ, ਤੇ ਸਾਰਾ ਜਗਤ ਤੁਹਾਡਾ ਹੁਕਮ ਮੰਨੇਗਾ। ਸੈਨਾ ਸੰਗ ਅਨੰਤ ਕਰੋ ਪ੍ਰਤਾਪ ਮਹਾਨਾ। ਔਰ ਆਪਣੀ ਫੌਜ ਵੀ ਰੱਖੋ, ਲਸ਼ਕਰ ਆਪਣੇ ਕੋਲ ਰੱਖੋ, ਤੁਸੀਂ ਮਹਾਰਾਜਾ ਬਣ ਕੇ ਜਿਓ, ਪਾਤਸ਼ਾਹ ਬਣ ਕੇ ਜਿਓ, ਔਰ ਆਪਣੇ ਨਾਲ ਲਸ਼ਕਰ ਫੌਜ ਵੀ ਰੱਖੋ, ਤੁਹਾਡਾ ਬੜਾ ਪ੍ਰਤਾਪ ਵਧੇਗਾ। ਪਰ ਉਹ ਇਹ ਹਜੇ ਤੱਕ ਸਮਝ ਨਹੀਂ ਪਾਇਆ, ਜਿਹੜੇ ਜੰਗ ਕਲਯੁਗ ਜਿਨ੍ਹਾਂ ਵਿੱਚ ਬੋਲ ਰਿਹਾ ਹੈ ਲੋਕਾਂ 'ਚ, ਉਹ ਇਹ ਨਹੀਂ ਸਮਝ ਪਾਏ ਕਿ ਇਹ ਉਹ ਨਾਨਕ ਜੀ ਨੇ ਜਿਹੜੇ ਹੋਕਾ ਦੇ ਰਿਹਾ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਹੁਕਮ ਤਾਂ ਇੱਕ ਦਾ ਹੀ ਚੱਲਣਾ ਹੈ ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਉਹਦੇ ਹੁਕਮ ਦੇ ਵਿੱਚ ਸਭ ਕੁਝ ਵਰਤਣਾ ਹੈ। ਇਸ ਲਈ ਇਹਨੇ ਆਖਿਆ ਵੀ ਤੁਸੀਂ ਇਸ ਤਰ੍ਹਾਂ ਕਰੋ ਜਿਵੇਂ ਤੁਹਾਨੂੰ ਚੰਗਾ ਲੱਗੇਗਾ, ਤੁਸੀਂ ਆਪਣਾ ਹੁਕਮ ਚਲਾਉਣਾ, ਲੋਕਾਂ ਤੋਂ ਮਨਵਾਉਣਾ, ਤੁਹਾਡਾ ਪ੍ਰਤਾਪ ਵਧੇਗਾ। ਲੇਹ ਉਪਾਇਨ ਜੇ ਤਬੈ ਕਰੋ ਕਿਰਤਾਰਥ ਨਾਥ। ਮੈਨੂੰ ਨਿਵਾਜੋ, ਇਹਨਾਂ ਵਿੱਚੋਂ ਕੁਛ ਤਾਂ ਲੈ ਲਓ ਤੁਸੀਂ, ਜੋ ਤੁਸੀਂ ਕਹੋ ਮੈਂ ਤੁਹਾਡੇ ਅੱਗੇ ਇਹ ਭੇਟਾਵਾਂ ਜਿਹੜੀਆਂ ਰੱਖ ਦਿੰਦਾ ਹਾਂ। ਸ਼ਬਦ ਭੋਗ ਪੌੜੀ ਕਹੇ ਗੁਰ ਕਲ ਯੁਗ ਕੇ ਸਾਥ। ਇਹ ਜਿਹੜਾ ਸ਼ਬਦ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਇੱਕ ਇੱਕ ਜਿਹੜੀਆਂ ਭੇਟ ਦਾ ਜਵਾਬ ਸ਼ਬਦ ਰਾਹੀਂ ਦਿੱਤਾ। ਹੁਣ ਇਸ ਵਾਰ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਦੀ ਸੰਪੂਰਨਤਾ ਇੱਥੇ ਹੋਣੀ ਹੈ। ਸਾਹਿਬ ਜੀ ਨੇ ਬਚਨ ਉਚਾਰੇ ਹਨ, ਸੁਲਤਾਨ ਹੋਵਾ ਮੇਲ ਲਖਸ਼ਰ ਤਖਤ ਰਖਾ ਪਾਓ। ਸਾਹਿਬ ਕਹਿੰਦੇ ਸੁਲਤਾਨ ਹੋਵਾਂ, ਮੈਂ ਕੋਈ ਜਿਹੜਾ ਮਹਾਰਾਜਾ ਬਣ ਜਾਵਾਂ, ਪਾਤਸ਼ਾਹ ਬਣ ਜਾਵਾਂ, ਮੇਲ ਲਸ਼ਕਰ ਤੇ ਲਸ਼ਕਰ ਸਾਰਾ ਮੇਲ ਕੇ ਇਕੱਠਾ ਕਰ ਲਵਾਂ, ਮੈਂ ਹਰ ਪ੍ਰਕਾਰ ਦੀ ਫੌਜ ਆਪਣੇ ਕੋਲ ਰੱਖ ਲਵਾਂ, ਤਖਤ ਰੱਖਾਂ ਪਾਉਂ, ਔਰ ਤਖਤ ਤੇ ਬੈਠ ਕੇ ਆਪਣਾ ਪਾਉਂ ਆਪਣੇ ਪੈਰ ਉੱਥੇ ਟਿਕਾ ਲਵਾਂ। ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਭਾਓ। ਔਰ ਹੁਕਮ ਜਿਹੜਾ ਮੈਂ ਸਾਰੀ ਲੁਕਾਈ ਉੱਤੇ ਕਰਾਂ, ਔਰ ਉਹਨਾਂ ਤੋਂ ਮੈਂ ਆਪਣਾ ਹੁਕਮ ਜਿਹੜਾ ਮਨਵਾਵਾਂ ਤੇ ਬੈਠਾ ਆਪਣੇ ਆਸਨ ਤੇ। ਕਹਿਣ ਲੱਗੇ ਇਹ ਸਾਰਾ ਕੁਝ ਜਿਹੜਾ ਮੈਂ ਇਹ ਕਰਨਾ ਕਰਾਂ। ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾਓ। ਸਾਹਿਬ ਜੀ ਕਹਿੰਦੇ ਇਹ ਸਾਰਾ ਕੁਝ ਕਰਾਂ, ਪਰ ਸਭ ਕੁਝ ਵਾਓ ਦਾ ਅਰਥ ਹੁੰਦਾ ਵੇ ਅਰਥ ਹੈ। ਜੇ ਇਹਨਾਂ ਸਾਰਿਆਂ ਦੇ ਵਿੱਚ ਪਰਮੇਸ਼ਵਰ ਦਾ ਨਾਮ ਵਿਸਰ ਗਿਆ ਨਾ, ਇਹ ਸਭ ਕੁਝ ਵੇ ਅਰਥ ਹੈ, ਕਿਸੇ ਕੰਮ ਨਹੀਂ ਆਉਣਾ, ਇਹ ਜ਼ਿੰਦਗੀ ਵੀ ਬੇਅਰਥ ਚਲੀ ਜਾਣੀ ਆ। ਅਸੀਂ ਦੁਨੀਆ ਦੇ ਵਿੱਚ ਸਭ ਕੁਝ ਖੱਟ ਲਿਆ, ਧਨ ਪਦਾਰਥ ਸ਼ੌਹਰਤ ਸਭ ਕੁਝ ਖੱਟ ਲਿਆ, ਨਾਮਣਾ ਵੀ ਖੱਟ ਲਿਆ। ਸਾਡੀ ਇੱਕ ਆਵਾਜ਼ ਪੂਰੀ ਦੁਨੀਆ ਤੱਕ ਪਹੁੰਚ ਜਾਏ, ਇੰਨੀ ਪਾਵਰ ਤਾਕਤ ਵੀ ਇਕੱਠੀ ਕਰ ਲਈ ਹੈ, ਪਰ ਜੇ ਉਹ ਪਰਮੇਸ਼ਵਰ ਦੇ ਗੁਣ ਹੀ ਨਾ ਗਾਏ ਤੇ ਫਿਰ ਸਭ ਕੁਝ ਵਿਅਰਥ ਹੀ ਹੈ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਜਾਂ ਉਹ ਜਪਜੀ ਸਾਹਿਬ ਦੀ ਪੌੜੀਆਂ ਆਪਾਂ ਵਿਚਾਰੀਆਂ, ਕਈ ਐਸੇ ਵਚਨ ਹੁੰਦੇ ਆ ਜਿਹੜੇ ਰਿਪੀਟ ਕਰਨੇ ਪੈਂਦੇ ਆ। ਤੇ ਹਾਲਤ ਆਪਣੀ ਹੋ ਜਾਏ ਜੇ ਜੁਗ ਚਾਰੇ ਆਰ ਜਾ, ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ, ਸਭ ਕੋਏ ਚੰਗਾ ਨਾਮ ਰਖਾਏ ਕਾ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਗਏ। ਤੇ ਜੇ ਉਹਦੀ ਨਜ਼ਰ ਤੋਂ ਬਿਨਾਂ ਕਿਸੇ ਬਾਤ ਨਾ ਪੁੱਛੀ, ਫਿਰ ਇਹ ਸਾਰਾ ਕੁਝ ਅਡੰਬਰ ਰਚਣ ਦਾ ਕੀ ਲਾਭ ਹੋਇਆ? ਫਿਰ ਇਹ ਧਨ ਪਦਾਰਥ ਜਿਹੜੇ ਆ ਇਹ ਕਿਸ ਕੰਮ ਆਏ? ਕਿਸੇ ਕੰਮ ਨਹੀਂ ਆਏ। ਠੀਕ ਹੈ, ਗੁਰੂ ਸਾਹਿਬ ਜੀ ਨੇ ਆਖਿਆ ਦੌਲਤ ਗੁਜ਼ਰਾਨ ਹੈ, ਇਸ ਤਰ੍ਹਾਂ ਈਮਾਨ ਹੈ ਪੁੱਤਰ ਨਿਸ਼ਾਨ ਹੈ। ਪਰ ਸਾਹਿਬ ਕਹਿੰਦੇ ਇਹਦੇ ਨਾਲ ਨਾਲ ਪਰਮੇਸ਼ਵਰ ਦੇ ਨਾਮ ਦੀ ਕਮਾਈ ਵੀ ਜ਼ਰੂਰੀ ਹੈ, ਪਰਮੇਸ਼ਵਰ ਦੇ ਨਾਮ ਦਾ ਅਭਿਆਸ ਵੀ ਜ਼ਰੂਰੀ ਹੈ। ਅਧਿਆਤਮਕ ਤਲ ਤੇ ਨਾਮ ਚਾਹੀਦਾ ਹੈ, ਸਰੀਰਕ ਤਲ ਤੇ ਪਦਾਰਥ। ਪਰ ਜੇ ਪਦਾਰਥਾਂ ਨਾਲ ਜੁੜ ਕੇ ਨਿਰੰਕਾਰ ਵਿਸਰ ਗਿਆ ਤੇ ਫਿਰ ਇਹ ਕਿਸ ਕੰਮ ਆਉਣੇ ਆ? ਇੱਕ ਦਿਨ ਜਦੋਂ ਦੁਨੀਆ ਤੋਂ ਸਰੀਰਕ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਜਦੋਂ ਸਰੀਰਕ ਚੋਲਾ ਛੱਡ ਕੇ ਜਾਣਾ, ਤੇ ਕੀ ਇਹ ਬਾਦਸ਼ਾਹੀ ਨਾਲ ਜਾਏਗੀ? ਕੀ ਇਹ ਰਿੱਧੀਆਂ ਸਿੱਧੀਆਂ ਨਾਲ ਜਾਣਗੀਆਂ? ਕੀ ਇਹ ਹੀਰੇ ਨਾਲ ਜੜੇ ਹੋਏ ਪਲੰਗ ਨਾਲ ਜਾਣਗੇ? ਕਿ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ ਵਾਲੀ ਖੇਡ ਨਾਲ ਜਾਏਗੀ? ਨਹੀਂ, ਉੱਥੇ ਤਾਂ ਨੰਗੇ ਪਾਵੋਂ ਤੇ ਗਏ ਜਿਨਕੇ ਲੱਖ ਕਰੋੜ, ਉੱਥੇ ਤਾਂ ਨੰਗੇ ਪੈਰੀ ਸੰਸਾਰ ਤੋਂ ਚੱਲਣਾ ਪੈਂਦਾ ਹੈ। ਇਸ ਲਈ ਮਹਾਰਾਜ ਜੀ ਕਹਿੰਦੇ ਨੇ ਇਹ ਸਾਰਾ ਕੁਝ ਵਿਅਰਥ ਹੈ ਜੇ ਪਰਮੇਸ਼ਵਰ ਦਾ ਨਾਮ ਭੁੱਲ ਗਿਆ, ਜੇ ਪਰਮੇਸ਼ਵਰ ਦੀ ਬੰਦਗੀ ਅੰਦਰੋਂ ਵਿਸਰ ਗਈ, ਤੇ ਇਹ ਸਰੀਰ ਸਾਡਾ ਜੀਵਨ ਨਿਕੰਮਾ, ਇਹ ਕਿਸੇ ਕੰਮ ਦਾ ਨਹੀਂ ਹੈ। ਅਸੀਂ ਬਹੁਤ ਤਰੱਕੀਆਂ ਕਰ ਲਈਆਂ ਸਰੀਰ ਕਰਕੇ, ਅਸੀਂ ਬੜੇ ਬੜੇ ਉੱਚੇ ਉੱਚੇ ਅਹੁਦਿਆਂ ਤੇ ਪਹੁੰਚ ਗਏ, ਆਸਮਾਨ ਨੂੰ ਛੂ ਲਿਆ, ਅਸੀਂ ਬੜੇ ਵੱਡੇ ਵਕੀਲ ਡਾਕਟਰ ਇੰਜੀਨੀਅਰ ਬਣ ਗਏ, ਬੜੇ ਅਸੀਂ ਟੌਪ ਦੇ ਬਿਜ਼ਨਸ ਜਿਹੜੇ ਨੇ ਉਹ ਅਸੀਂ ਕਾਇਮ ਕਰ ਲਏ, ਬੜੀਆਂ ਵੱਡੀਆਂ ਬਿਲਡਿੰਗਾਂ ਬਣਾ ਲਈਆਂ, ਬੜੀਆਂ ਤਰੱਕੀਆਂ ਕਰ ਲਈਆਂ। ਪਰ ਜੇ ਸਾਡੀ ਜ਼ਿੰਦਗੀ ਵਿੱਚ ਨਿਤਨੇਮ ਨਹੀਂ ਹੈ ਨਾ, ਤੇ ਸਾਡਾ ਜੀਵਨ ਕਿਸੇ ਕੰਮ ਦਾ ਨਹੀਂ ਹੈ। ਇਹ ਕਿਸੇ ਕੰਮ ਦਾ ਨਹੀਂ ਸਾਡਾ ਜੀਵਨ। ਜੇ ਅਸੀਂ ਵਧੀਆ ਥਾਂ ਟਿਕਾਣਾ ਬਣਾ ਕੇ ਤੇ ਵਧੀਆ ਖਾ ਕੇ ਵਧੀਆ ਨੀਂਦ ਸੌਂ ਗਏ, ਵੈਸੇ ਤੇ ਇਹਨਾਂ ਚੀਜ਼ਾਂ ਨੇ ਸਾਨੂੰ ਨਾਮ ਵਿਸਾਰਿਆ ਹੀ ਹੈ,
ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ, ਮਰਨਾ ਖਸਮ ਵਿਸਾਰ ਖੁਆਰੀ ਕੀਨੀ, ਧਰਿਗ ਜੀਵਨ ਨਹੀਂ ਰਹਿਣਾ। ਇਹ ਖਸਮ ਨੂੰ ਵਿਸਾਰ ਕੇ ਖੁਆਰੀ ਪੱਲੇ ਪੈ ਗਈ, ਤੇ ਮਹਾਰਾਜ ਕਹਿੰਦੇ ਖੁਆਰੀ ਪੱਲੇ ਪੈ ਗਈ ਤੇ ਧਰਿਗ ਫਿਟਕਾਰਯੋਗ ਹੋ ਗਿਆ ਤੇਰਾ ਜੀਵਨ, ਤੇ ਜੇ ਫਿਟਕਾਰਯੋਗ ਹੋ ਗਿਆ ਰਹਿਣਾ ਫਿਰ ਵੀ ਨਹੀਂ ਦੁਨੀਆ 'ਚ। ਤੇ ਜੇ ਆਪਾਂ ਫਿਟਕਾਰਯੋਗ ਜੀਵਨ ਲੈ ਕੇ ਜਾਣਾ ਤੇ ਮਹਾਰਾਜ ਕਹਿੰਦੇ ਫਿਰ ਕਿਸ ਕੰਮ, ਇਹ ਜਨਮ ਤੈਨੂੰ ਮਿਲਿਆ ਕਾਹਦੇ ਵਾਸਤੇ ਸੀ? ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਪਹਿਲੇ ਕੀ ਹੁੰਦਾ ਸੀ, ਬੰਦਾ ਜ਼ਮੀਨ ਤੇ ਵੀ ਚਾਦਰ ਵਿਛਾ ਕੇ ਸੌਂ ਜਾਂਦਾ ਸੀ, ਪਰ ਸਮੇਂ ਸਿਰ ਉੱਠ ਤਾਂ ਜਾਂਦਾ ਸੀ। ਅੱਜ ਵਧੀਆ ਵਧੀਆ ਬੈੱਡ ਪਲੰਗ ਮੰਜੇ ਆ ਗਏ ਜਿਹਦੇ ਤੇ ਉਹ ਸੌਂ ਤਾਂ ਜਾਂਦਾ, ਮੁੜ ਕੇ ਅੱਖ ਨਹੀਂ ਖੁੱਲਦੀ। ਇਹਦਾ ਮਤਲਬ ਉਹ ਪਲੰਗ ਸਾਡੇ ਵਾਸਤੇ ਪਰਮੇਸ਼ਵਰ ਨਾਲੋਂ ਤੋੜਨ ਵਾਲਾ ਸਾਡਾ ਦੁਸ਼ਮਣ ਬਣ ਗਿਆ। ਅਸੀਂ ਸੋਹਣੇ ਸੋਹਣੇ ਬਸਤਰ ਤਨ ਉੱਤੇ ਪਾ ਲਏ, ਪਰ ਜਦੋਂ ਸੰਗਤ ਦੇ ਜੂਠੇ ਬਰਤਨ ਮਾਂਜਣ ਲੱਗੇ ਤੇ ਮਨ ਨੇ ਆਖਿਆ ਮਨਾ ਕੱਪੜੇ ਮੈਲੇ ਹੋ ਜਾਣਗੇ, ਇੰਨੇ ਕੀਮਤੀ ਕੱਪੜੇ ਪਾਏ ਆ, ਉਹ ਇਹ ਕੱਪੜੇ ਸਾਡੇ ਲਈ ਦੁਸ਼ਮਣ ਬਣ ਗਏ ਸਾਡੇ। ਇਹਨਾਂ ਨੇ ਸਾਨੂੰ ਸੇਵਾ ਤੋਂ ਰੋਕ ਦਿੱਤਾ। ਫਿਰ ਇਹੋ ਜਿਹੇ ਕੱਪੜੇ ਪਾਉਣ ਦਾ ਕੀ ਲਾਭ ਜਿਨ੍ਹਾਂ ਨੇ ਸਾਨੂੰ ਸੇਵਾ ਤੋਂ ਪਿੱਛੇ ਕਰ ਦਿੱਤਾ। ਸੰਗਤ ਦੇ ਜੋੜੇ ਝਾੜਨ ਲੱਗੇ ਕਿਤੇ ਮਿੱਟੀ ਨਾ ਲੱਗ ਜਾਏ। ਪਹਿਲੇ ਦਿਨ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਤੋਂ ਬਾਅਦ ਜਦੋਂ ਪਹਿਲੇ ਦਿਨ ਆਏ, ਕਿਉਂਕਿ ਚਲੇ ਗਏ ਤੇ ਗਏ ਵਾਪਸ ਖਡੂਰ ਸਾਹਿਬ, ਰਾਤ ਨੀਂਦ ਕੋਈ ਨਹੀਂ ਆਈ। ਅੰਮ੍ਰਿਤ ਵੇਲੇ ਪਹੁੰਚ ਗਏ ਗੁਰੂ ਨਾਨਕ ਸਾਹਿਬ ਕੋਲ, ਤੇ ਗੁਰੂ ਨਾਨਕ ਸਾਹਿਬ ਜੀ ਉਦੋਂ ਖੇਤੀਬਾੜੀ ਦਾ ਕੰਮ ਜਿਹੜਾ ਕਰ ਰਹੇ ਨੇ, ਘਾਹ ਦੀ ਪੰਡ ਚੁਕਾ ਕੇ ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਦੇ ਸਿਰ ਤੇ, ਗੁਰੂ ਅੰਗਦ ਸਾਹਿਬ ਜੀ ਦੇ ਸਿਰ ਤੇ ਜਦੋਂ ਰਖਾਈ ਤੇ ਸਾਰੇ ਕੱਪੜੇ ਚਿੱਕੜ ਨਾਲ ਭਰ ਗਏ। ਘਰ ਆਉਂਦੇ ਮਾਤਾ ਜੀ ਨੇ ਵੇਖਿਆ ਵੀ ਇਹ ਚੰਗਾ ਭਲਾ ਹੁਣੇ ਸਾਫ਼ ਸੁਥਰੇ ਕੱਪੜੇ ਪਾ ਕੇ ਆਇਆ ਸੀ, ਹੁਣੇ ਸਾਰੇ ਕੱਪੜੇ ਜਿਹੜੇ ਇਹਦੇ ਗਿੱਲੇ ਵੀ ਹੋ ਗਏ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਸੀ ਅਸਲ ਵਿੱਚ ਘਾਹ ਦੀ ਪੰਡ ਨਹੀਂ, ਅਸੀਂ ਤੇ ਦੇਖਣਾ ਚਾਹੁੰਦੇ ਸੀ ਵੀ ਇਹਦੇ ਮਨ ਵਿੱਚ ਆ ਕੀਮਤੀ ਵਸਤਰਾਂ ਦਾ ਖਿਆਲ ਤੇ ਨਹੀਂ ਹੈ, ਪਰ ਇਹਨੇ ਪਰਵਾਹ ਨਹੀਂ ਕੀਤੀ। ਇਹਦਾ ਮਤਲਬ ਚਿੱਕੜ ਨਹੀਂ, ਇਹ ਇਸ ਘਰ ਵਿੱਚੋਂ ਦੀ ਕੇਸਰ ਦਾ ਛਿੜਕਾਅ ਕਰਵਾ ਕੇ ਚੱਲਿਆ। ਅਸੀਂ ਜਦੋਂ ਜੋੜੇ ਝਾੜੀਏ ਤੇ ਜੇ ਵਸਤਰ ਮੈਲੇ ਹੋ ਜਾਣ, ਇਹ ਸਮਝ ਲੈਣਾ ਅੱਜ ਬਾਬੇ ਨਾਨਕ ਦੇ ਘਰ ਵਿੱਚੋਂ ਕੇਸਰ ਦਾ ਛਿੜਕਾਅ ਹੋਇਆ ਹੈ। ਜੇ ਕਿਤੇ ਸੰਗਤਾਂ ਦੇ ਜੂਠੇ ਬਰਤਨ ਮਾਂਜਦੇ ਆ ਵਸਤਰ ਸਾਡੇ ਭਿੱਜ ਜਾਣ ਜਾਂ ਮੈਲੇ ਹੋ ਜਾਣ, ਤੇ ਸਮਝ ਲੈਣਾ ਖੁਸ਼ ਹੋ ਕੇ, ਮੱਥੇ ਵੱਟ ਪਾ ਕੇ ਨਹੀਂ, ਖੁਸ਼ ਹੋ ਕੇ ਜਾਣਾ ਅੱਜ ਗੁਰੂ ਸਾਹਿਬ ਦੇ ਘਰ ਵਿੱਚੋਂ ਕੇਸਰ ਛਿੜਕਾ ਕੇ ਮੈਂ ਚੱਲਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਾਰਾ ਕੁਝ ਕਿਤੇ ਤੁਹਾਡੇ ਵਾਸਤੇ ਜ਼ਹਿਰ ਨਾ ਬਣ ਜਾਏ, ਇਹ ਸਭ ਕੁਝ ਤੁਹਾਡੇ ਲਈ ਦੁਸ਼ਮਣ ਨਾ ਬਣ ਜਾਏ, ਕਿਉਂਕਿ ਦੁਸ਼ਮਣ ਦਾ ਕੰਮ ਕੀ ਹੁੰਦਾ ਹੈ ਕਿ ਅੱਗੇ ਨਹੀਂ ਵਧਣ ਦੇਣਾ, ਇਹਨੂੰ ਚੜ੍ਹਦੀ ਕਲਾਂ ਦੇ ਵਿੱਚ ਨਹੀਂ ਰਹਿਣ ਦੇਣਾ, ਇਹਨੂੰ ਹਮੇਸ਼ਾ ਨੀਵਾਂ ਕਰਕੇ ਹੀ ਰੱਖਣਾ ਹੈ। ਤੇ ਸਭ ਕਹਿੰਦੇ ਇਹ ਜਿੰਨੇ ਵੀ ਮਾਇਆਵੀ ਪਦਾਰਥ ਨੇ ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਇਸ ਲਈ ਮਾਰੇ ਕਹਿੰਦੇ ਤੇਰੀਆਂ ਇਹ ਸਾਰੀਆਂ ਭੇਟਾਵਾਂ ਸਾਨੂੰ ਨਹੀਂ ਚਾਹੀਦੀਆਂ। ਪੁੰਨ ਕਲ ਬੋਲਿਓ ਹੋਏ ਕਰ ਦਿਨਾ। ਇੱਥੇ ਫਿਰ ਕਹਿੰਦੇ ਇਹ ਥੋੜਾ ਦੀਨ ਹੋ ਗਿਆ, ਝੁਕ ਗਿਆ, ਵੀ ਕਮਾਲ ਦੀ ਗੱਲ ਹੈ, ਇੰਨੀਆਂ ਭੇਟਾਵਾਂ ਦਿੱਤੀਆਂ ਜੋ ਕੋਈ ਵੀ ਲੈਣ ਨੂੰ ਤਿਆਰ ਨਹੀਂ। ਇੱਥੇ ਫਿਰ ਦੀਨ ਬਣ ਕੇ ਬੇਨਤੀ ਕੀਤੀ ਹੈ, ਸੁਨੋ ਗੁਰੂ ਸਭ ਵਿਖੇ ਪ੍ਰਵੀਨਾ। ਇਹ ਸ੍ਰੇਸ਼ਟ ਉਤਮ ਉੱਚੀ ਮੱਤ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ, ਮੇਰੇ ਸਮੇਂ ਵਿਖੇ ਅਵਤਾਰਾ। ਤੁਸੀਂ ਅਕਲ ਤਾਰਨ ਗੁਰੂ ਨਾਨਕ ਆਇਆ। ਮੇਰੇ ਸਮੇਂ ਦਾ ਮਤਲਬ ਕਲਯੁਗ ਦੇ ਵਿੱਚ ਤੁਸੀਂ ਪ੍ਰਗਟ ਹੋਣਾ ਕੀਤਾ ਹੈ। ਨਰਨ ਉਦਾਹਰਨ ਕੋ ਤੁਮ ਤਾਰਾ। ਇੱਕ ਗੱਲ ਤਾਂ ਸਮਝ ਆ ਗਈ ਹੈ ਕਿ ਤੁਹਾਡਾ ਜਿਹੜਾ ਪ੍ਰਗਟ ਹੋਣਾ ਉਹ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਹੈ। ਇਹਨਾਂ ਦੇ ਜਿਹੜੇ ਮਾਇਆਵੀ ਬੰਧਨ, ਜਿਹੜੇ ਵਿਕਾਰੀ ਬੰਧਨ ਨੇ ਨਾ, ਉਹਨਾਂ ਦੇ ਬੰਧਨ ਕੱਟਣ ਵਾਸਤੇ ਤੁਹਾਡਾ ਜਿਹੜਾ ਪ੍ਰਕਾਸ਼ ਹੋਇਆ ਹੈ। ਅਬ ਮੈਂ ਮਿਲਿਓ ਆਏ ਪਦ ਵੈਸਾ। ਹੁਣ ਮੈਂ ਤੁਹਾਡੇ ਚਰਨਾਂ ਦੇ ਵਿੱਚ ਆਇਆ ਹਾਂ। ਮੈਂ ਅਫਲ ਕਿਉ ਕਰ ਗੁਕ ਰਸਾ। ਪਰ ਤੁਹਾਡੇ ਚਰਨਾਂ ਵਿੱਚ ਆਉਣਾ ਮੇਰਾ ਅਫਲ ਕਿਵੇਂ ਹੋ ਜਾਏ? ਭਾਵ ਮੈਂ ਸਫਲ ਕਰਨਾ ਚਾਹੁੰਦਾ ਤੁਹਾਡੇ ਚਰਨਾਂ ਦੇ ਵਿੱਚ ਆ ਕੇ। ਹੋਏ ਨਾ ਭੇਟ ਮੋਤੇ ਲੀਨਾ। ਤੁਸੀਂ ਕੋਈ ਵੀ ਭੇਟ ਜਿਹੜੀਆਂ ਮੇਰੇ ਕੋਲੋਂ ਲਈ ਨਹੀਂ। ਮੈਂ ਕਿੰਨੀਆਂ ਭੇਟਾਵਾਂ ਦਾ ਜ਼ਿਕਰ ਤੁਹਾਡੇ ਅੱਗੇ ਕੀਤਾ, ਪਰ ਤੁਸੀਂ ਕੋਈ ਵੀ ਭੇਟ ਮੇਰੇ ਕੋਲੋਂ ਸਵੀਕਾਰ ਨਹੀਂ ਕੀਤੀ। ਮਮਾ ਮਨਸਾਨੇ ਪੂਰਨ ਕੀਨਾ। ਮੇਰੇ ਮਨ ਦੀ ਮਨਸਾ ਪੂਰੀ ਨਹੀਂ ਹੋਈ। ਮੇਰੇ ਮਨ ਵਿੱਚ ਇਹ ਰਹੇਗਾ ਕਿ ਗੁਰੂ ਨਾਨਕ ਸਾਹਿਬ ਮਿਲੇ ਸੀ, ਪਰ ਮੈਂ ਉਹਨਾਂ ਨੂੰ ਭੇਟ ਕੋਈ ਨਾ ਦਿੱਤੀ, ਜਾਂ ਉਹਨਾਂ ਨੇ ਮੇਰੇ ਕੋਲੋਂ ਭੇਟ ਕੋਈ ਨਾ ਲਿੱਤੀ। ਥੋੜਾ ਹੋਰ ਧਿਆਨ ਲਾ ਕੇ ਸਮਝਿਓ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਕੇ ਮਿਲੇ ਆ ਨਾ, ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਤੂੰ ਅੰਮ੍ਰਿਤ ਵੇਲਾ ਅੱਗੇ ਰੱਖ, ਤੇ ਫਿਰ ਮੈਂ ਤੇਰੀ ਭੇਟ ਪ੍ਰਵਾਨ ਕਰ ਲਾਂਗਾ। ਤੇ ਸਾਡੇ ਮਨ ਵਿੱਚ ਵੀ ਤੇ ਹੋਣਾ ਚਾਹੀਦਾ ਵੀ ਗੁਰੂ ਸਾਹਿਬ ਨੂੰ ਜਿਹੜੀ ਭੇਟ ਚਾਹੀਦੀ ਸੀ ਉਹ ਤੇ ਮੈਂ ਲੈ ਕੇ ਹੀ ਨਹੀਂ ਆਇਆ। ਜਿਹੜੀ ਭੇਟਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਵਾਨ ਹੋਣੀ ਸੀ ਉਹ ਤੇ ਮੈਂ ਦਿੱਤੀ ਨਹੀਂ ਗੁਰੂ ਸਾਹਿਬ ਨੂੰ, ਤੇ ਨਾ ਹੀ ਗੁਰੂ ਸਾਹਿਬ ਨੇ ਸਵੀਕਾਰ ਕੀਤੀ ਆ, ਨਾ ਮੈਂ ਨਿਤਨੇਮ ਕੀਤਾ, ਨਾ ਮੈਂ ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੈ ਉੱਠ ਹਰ ਨਾਮ ਤੇ ਆਵੇ, ਨਾ ਮੈਂ ਆਹ ਕੁਝ ਕੀਤਾ, ਨਾ ਮੈਂ ਅੰਮ੍ਰਿਤ ਵੇਲਾ ਸੰਭਾਲਿਆ, ਨਾ ਮੈਂ ਨਿਤਨੇਮ ਕੀਤਾ। ਤੇ ਗੁਰੂ ਸਾਹਿਬ ਜੀ ਮੈਂ ਕੀ ਲੈ ਕੇ ਆਇਆ ਤੁਹਾਡੇ ਕੋਲ? ਮੈਂ ਬਾਹਰੋਂ ਹੱਥ ਦੇ ਵਿੱਚ ਭੇਟਾ ਤਾਂ ਲਿਆਇਆ, ਪਰ ਅੰਦਰੋਂ ਤੇ ਮੈਂ ਖਾਲੀ ਆਇਆ ਤੁਹਾਡੇ ਕੋਲ। ਅੰਦਰ ਤਾਂ ਕੁਝ ਵੀ ਲੈ ਕੇ ਨਹੀਂ ਆਇਆ। ਜਿਹੜੀਆਂ ਬਾਹਰ ਦੀਆਂ ਭੇਟਾਵਾਂ ਨੇ ਇਹ ਬਾਹਰ ਹੀ ਵਰਤ ਜਾਣੀਆਂ ਨੇ, ਇਹ ਸੰਗਤ ਵਿੱਚ ਹੀ ਵਰਤ ਜਾਣੀਆਂ, ਇਹ ਬਾਹਰ ਦੇ ਜਿਹੜੇ ਕਾਰਜ ਨੇ ਇੱਥੇ ਹੀ ਸਭ ਖਰਚ ਹੋ ਜਾਣੇ ਆ, ਪਰ ਜਿਹੜੀ ਭੇਟ ਆਪਾਂ ਗੁਰੂ ਨੂੰ ਦੇਣੀ ਸੀ ਉਹ ਤੇ ਖਾਲੀ ਆਏ ਅੰਦਰੋਂ। ਅਸੀਂ ਗੁਰੂ ਸਾਹਿਬ ਦੇ ਕੋਲ ਆਉਣਾ ਸੀ ਨਿਤਨੇਮ ਕਰਕੇ, ਅਸੀਂ ਗੁਰੂ ਸਾਹਿਬ ਕੋਲ ਆਉਣਾ ਸੀ ਪਾਠ ਕਰਕੇ, ਨਿਤਨੇਮ ਕਰਕੇ, ਆਪਣਾ ਵੇਲਾ ਸਮਾਂ ਸੰਭਾਲ ਕੇ ਕਿ ਮਹਾਰਾਜ ਜੀ ਆਹ ਭੇਟ ਮੈਂ ਤੁਹਾਡੇ ਕੋਲ ਲਿਆਂਦੀ ਆ, ਤੁਸੀਂ ਆਹ ਪ੍ਰਵਾਨ ਕਰੋ। ਪਰ ਅੰਦਰੋਂ ਖਾਲੀ ਆਇਆ ਤੇ ਬਾਹਰੋਂ ਮੈਂ ਹੱਥ ਭਰ ਕੇ ਲਿਆਇਆ। ਮਹਾਰਾਜ ਕਹਿੰਦੇ ਬਾਹਰ ਦੀ ਭੇਟਾ ਬਾਹਰ ਹੀ ਵਰਤ ਜਾਣੀਆਂ, ਤੂੰ ਜਿਹੜੀ ਭੇਟ ਅੰਦਰੋਂ ਲਿਆਣੀ ਸੀ ਅੰਦਰੋਂ ਤੇ ਖਾਲੀ ਆਇਆ। ਹੁਣ ਇਹਨੇ ਆਖਿਆ ਮਹਾਰਾਜ ਤੁਸੀਂ ਕੋਈ ਵੀ ਭੇਟਾ ਨਹੀਂ ਲਈ, ਮਨਸਾ ਨਹੀਂ ਪੂਰਨ, ਮੇਰੀ ਮਨ ਦੀ ਇੱਛਾ ਪੂਰੀ ਨਹੀਂ ਹੋਈ ਹੈ। ਜੇ ਤੁਮ ਭੇਟ ਲੈ ਹੋ ਮੇਰੀ। ਜੇ ਤੁਸੀਂ ਮੇਰੇ ਕੋਲੋਂ ਕੁਝ ਵੀ ਭੇਟਾ ਲੈ ਲਵੋ ਤੋ ਜਾਨੋ ਕਿਰਪਾ ਪਈ ਤੋਰੀ। ਫਿਰ ਮੈਂ ਜਾਣਾਂਗਾ ਵੀ ਤੁਹਾਡੀ ਮੇਰੇ ਤੇ ਕਿਰਪਾ ਹੋਈ ਹੈ। ਨਾ ਤੁਰ ਹਰਕ ਨਾ ਹੋਏ ਗੁਰ ਮਾਹੀ। ਨਾ ਤੁਰ ਉਹਨਾਂ ਚਿਰ ਮੇਰੇ ਮਨ ਨੂੰ ਖੁਸ਼ੀ ਨਹੀਂ ਹੋਵੇਗੀ। ਮਨ ਰੱਬ ਕੀ ਕਰੁਣਾ ਚਾਹੀ। ਇਹ ਮਨ ਤੁਹਾਡੀ ਖੁਸ਼ੀ ਚਾਹੁੰਦਾ ਹੈ। ਅਸ ਅਤੁਰ ਸੁਨ ਲੈ ਤੇ ਬਿਨਾ। ਜਦੋਂ ਇਸ ਤਰ੍ਹਾਂ ਦੇ ਬੋਲ ਗੁਰੂ ਨਾਨਕ ਸਾਹਿਬ ਨੇ ਸੁਣੇ ਹਨ, ਕਿਰਪਾ ਧਾਰ ਬੋਲੇ ਗੁਣ ਐਨਾ। ਕਿਰਪਾ ਧਾਰ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਆਪਣੇ ਮੁਖਾਰਬਿੰਦ ਤੋਂ ਬੋਲੇ ਹਨ, ਭੇਟ ਦੇਣ ਕੀ ਚਾਹ ਜੇ ਤੋਹੀ। ਜੇ ਤੇਰੀ ਇੱਛਾ ਭੇਟਾ ਦੇਣ ਦੀ ਹੈ ਜੀ, ਇਸ ਪ੍ਰਕਾਰ ਕੀ ਦੀਜੈ ਮੋਹੀ। ਤੇ ਜਿਹੜੀ ਭੇਟਾ ਮੈਨੂੰ ਚਾਹੀਦੀ ਆ ਉਹ ਤੂੰ ਦੇਣਾ ਕਰ। ਜੇ ਸਿੱਖ ਹੈ ਮੇਰੋ ਹਿਤਕਾਰੀ। ਜਿਹੜੇ ਪਿਆਰ ਵਾਲੇ ਗੁਰਸਿੱਖ ਮੇਰੇ ਤੇ ਭਰੋਸਾ ਰੱਖਦੇ ਨੇ, ਧਿਆਨ ਰੱਖਿਓ, ਇੱਕ ਪਿਆਰ ਵਾਲੇ ਹੋਣ, ਇਹ ਆਪਣੇ ਆਪਣੇ ਝਾਤੀ ਮਾਰਿਓ ਵੀ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਕਿੰਨਾ ਪਿਆਰ ਹੈ। ਇੱਕ ਤਾਂ ਗੁਰੂ ਗ੍ਰੰਥ ਸਾਹਿਬ, ਬਾਬਾ ਗੁਰੂ ਸਾਹਿਬ ਕਹਿੰਦੇ ਮੇਰੇ ਪਿਆਰੇ ਹੋਣ, ਜਿਹੜੇ ਮੇਰੇ ਤੇ ਭਰੋਸਾ ਕਰਨ ਵਾਲੇ ਹੋਵਣ। ਤਿੰਨ ਪਰ ਸੈਨ ਨਾ ਜਾਏ ਤੁਮਾਰੀ। ਹੁਣ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਤੇ ਕਿੱਡਾ ਭਰੋਸਾ ਹੈ, ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਕਿੰਨਾ ਪਿਆਰ ਹੈ, ਇਹ ਆਪਣੇ ਆਪਣੇ ਅੰਦਰ ਝਾਤੀ ਮਾਰ ਲੈਣਾ, ਪਤਾ ਲੱਗ ਜਾਏਗਾ ਵੀ ਕਲਯੁਗ ਦਾ ਪ੍ਰਭਾਵ ਕਿਉਂ ਨਹੀਂ ਹਟਦਾ, ਇਹ ਫੁਰਨੇ ਕਿਉਂ ਨਹੀਂ ਦਿਮਾਗ ਤੋਂ ਖਤਮ ਹੋ ਰਹੇ, ਪਾਠ ਕਰਦੇ ਕਰਦੇ ਧਿਆਨ ਹੋਰ ਪਾਸੇ ਕਿਉਂ ਚਲਾ ਜਾਂਦਾ ਹੈ। ਇਹ ਆਪਣੇ ਆਪਣੇ ਝਾਤੀ ਮਾਰਿਓ ਕਿ ਸਾਡਾ ਪੂਰਾ ਭਰੋਸਾ ਹੈ ਗੁਰੂ ਗ੍ਰੰਥ ਸਾਹਿਬ ਤੇ।
ਕਿ ਅਸੀਂ ਪੂਰੀ ਪ੍ਰੀਤ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਬਣਾ ਲਿਆ। ਇਹ ਤੇ ਨਹੀਂ ਪਾਠ ਕਰ ਰਹੇ ਹਾਂ, ਧਿਆਨ ਕਿਤੇ ਹੋ ਰਿਹਾ, ਇਹ ਤੇ ਨਹੀਂ ਅਰਦਾਸ ਕਰ ਰਹੇ ਹਾਂ, ਵਿਸ਼ਵਾਸ ਕਿਤੇ ਹੋ ਰਿਹਾ, ਫਿਰ ਗੱਲ ਨਹੀਂ ਬਣਨੀ। ਜਿਨ੍ਹਾਂ ਨੂੰ ਕਹਿੰਦੇ ਸਾਹਿਬ ਕਹਿੰਦੇ ਜਿਹੜੇ ਹਿਤਕਾਰੀ ਨੇ, ਜਿਹੜੇ ਮੇਰੇ ਪਿਆਰ ਵਾਲੇ ਨੇ, ਤੂੰ ਆਪਣੀ ਸੈਨਾ ਨੂੰ ਕਹਿ, ਜੇ ਭੇਟਾ ਦੇਣਾ ਚਾਹੁੰਦਾ ਨਾ ਤਾਂ ਆਪਣੀ ਕੂੜ ਦੀ ਸੈਨਾ ਨੂੰ ਕਹਿ, ਇਹਨਾਂ ਉੱਤੇ ਆਪਣਾ ਪ੍ਰਭਾਵ ਨਾ ਪਾਵਣ। ਨਾਮ ਦਾਨ ਇਸ਼ਨਾਨ ਜ ਸਭਈ, ਜਿਹੜੇ ਮੇਰੇ ਪਿਆਰਿਆਂ ਕੋਲ ਨਾਮ ਦਾਨ ਇਸ਼ਨਾਨ ਦੀ ਦਾਤ ਹੈ, ਇਨ ਤੇ ਨਹੀਂ ਭੁਲਾਵੋ ਕਬਹੀ। ਇਹ ਕਦੇ ਵੀ ਇਹਨਾਂ ਤੋਂ ਭੁੱਲੇ ਨਾ। ਧਿਆਨ ਰੱਖਿਓ, ਜਿਹੜੇ ਕਈ ਐਸੇ ਵੀ ਨੇ ਜਿਹੜੇ ਕਹਿੰਦੇ ਜੀ ਅੰਮ੍ਰਿਤ ਵੇਲਾ ਬੜਾ ਸੋਹਣਾ ਸਾਡਾ ਸੰਭਲਦਾ ਸੀ, ਹੁਣ ਸਾਡੇ ਕੋਲ ਅੰਮ੍ਰਿਤ ਵੇਲਾ ਸੰਭਲਦਾ ਨਹੀਂ। ਕੀ ਹੋਇਆ? ਪਹਿਲਾਂ ਨਿਤਨੇਮ ਸਾਡੇ ਕੋਲੋਂ ਵਿਸਰਦਾ ਨਹੀਂ ਸੀ, ਹੁਣ ਹੁੰਦਾ ਕੋਈ ਨਹੀਂ ਨਿਤਨੇਮ। ਪਹਿਲੇ ਗੁਰੂ ਦਰ ਤੇ ਆਉਣ ਤੋਂ ਰਹਿੰਦਾ ਨਹੀਂ ਸੀ, ਹੁਣ ਆਇਆ ਨਹੀਂ ਜਾਂਦਾ। ਇਹਦਾ ਮਤਲਬ ਪ੍ਰਭਾਵ ਪੈ ਗਿਆ ਸਾਡੇ ਮਨ ਤੇ, ਸਾਡੇ ਮਾਨਸਿਕ ਮੰਡਲ ਤੇ ਇਹਦਾ ਅਸਰ ਹੋ ਚੁੱਕਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਤੂੰ ਭੇਟ ਦੇਣੀ ਆ ਤਾਂ ਇਹਨਾਂ ਤੇ ਨਹੀਂ ਭੁਲਾਵੋ ਕਬਹੀ, ਇਹਨਾਂ ਨੂੰ ਨਾਮ ਦਾਨ ਇਸ਼ਨਾਨ ਕਦੇ ਭੁੱਲਣਾ ਨਹੀਂ ਚਾਹੀਦਾ। ਇਹ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਜਿਹੜੇ ਆ ਉਹਦੇ ਨਾਲ ਸਾਂਝੇ ਕੀਤੇ ਨੇ। ਹੁਣ ਜਿਨ੍ਹਾਂ ਰਾਹੀਂ ਇਹ ਕਲਯੁਗ ਜਿਹੜਾ ਬੋਲ ਕੇ ਗੁਰੂ ਸਾਹਿਬ ਜੀ ਨਾਲ ਆਪਣੇ ਬਚਨ ਸਾਂਝੇ ਕਰ ਰਿਹਾ, ਹੋਰ ਗੁਰੂ ਸਾਹਿਬ ਜੀ ਕਿਹੜੇ ਕਿਹੜੇ ਬਚਨ ਆਖਦੇ ਆ ਔਰ ਕਿਹੜੀ ਭੇਟ ਅੱਗੇ ਰੱਖਣ ਲਈ ਕਹਿੰਦੇ ਆ, ਅਗਲੇ ਪ੍ਰਸੰਗ ਦੇ ਵਿੱਚ ਉਹਨੂੰ ਸਰਵਣ ਕਰਾਂਗੇ, ਕਿਉਂਕਿ ਅੱਜ ਦਾ ਸਮਾਂ ਸਮਾਪਤ ਹੈ। ਗੁਰੂ ਪਾਤਸ਼ਾਹ ਜੀ ਅੱਗੇ ਅਰਦਾਸ ਕਰੋ ਕਿ ਅਸੀਂ ਤੁਹਾਡੇ ਦਰ ਤੇ ਬੈਠੀਏ, ਭਾਵੇਂ ਘਰ ਵਿੱਚ ਹੋਈਏ, ਸਮਾਜ ਵਿੱਚ, ਪਰਿਵਾਰ ਵਿੱਚ, ਕਿਤੇ ਵੀ ਹੋਈਏ, ਇਹ ਨਾਮ ਨਹੀਂ ਅੰਦਰੋਂ ਵਿਸਰਨਾ ਚਾਹੀਦਾ। ਇਹ ਦਾਤ ਸਾਡੀ ਝੋਲੀ 'ਚ ਐਸੀ ਪਾ ਦਿਓ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਖੋ, ਆਪਣਾ ਨਾਮ ਦੇਖੋ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਬਿਸਰਨਾ ਹੀ ਦਾਤਾਰ, ਬਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਖੋ, ਆਪਣਾ ਨਾਮ ਦੇਖੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਖੋ, ਆਪਣਾ ਨਾਮ ਦੇਖੋ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਹਰ ਦਮ ਹਰ ਸਵਾਸ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਨਾਮ ਬਾਣੀ ਦੇ ਰੰਗ ਵਿੱਚ ਰੰਗੇ ਰਹੀਏ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੋਏ ਲਈ ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਸਭਨਾਂ ਨੂੰ ਚੜ੍ਹਦੀ ਕਲਾਂ ਵਾਲਾ ਜੀਵਨ ਬਖਸ਼ਣ। ਬੜੇ ਪਿਆਰ ਸਤਿਕਾਰ ਦੇ ਨਾਲ ਇਸੇ ਤਰ੍ਹਾਂ ਗੁਰੂ ਘਰ ਤੋਂ ਬਖਸ਼ੇ ਹੋਏ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਣ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।